जब लो नहीं भाग लीलार उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारण को अवतार बनायो। जपियो जिन अर्जुन देव गुरु, फिर संकट जोन गर्भ न आयो। जोत रूप हर आप गुरु नानक कहायो। तात अंगद भयो तत् स्यों तत् मिलायो। अंगद कृपा तार अमर सतगुर थिर कियो। अमरदास अमर्त छतर गुर राम है दियो। गुर रामदास दर्शन परस, कह मथुरा अमृत बैण। मूरत पंच परमाण पुरख, गुर अर्जुन पिखो नैन। हाँ जी, चार पदार्थ जे को मांगै, साध जना की सेवा लागै। जे को अपना दुख मिटावै, हर हर नाम हृदय सद गावै। हाँ जी। जे को अपनी शोभा लोरै, साध संग एह मैं छोरै। जे को जन्म मरण ते डरै, साध जना की शरणी परै। जिस जन को प्रभ दरस प्यासा, नानक ताकै बल बल जासा। ਸਾਹਿਬ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਚਵਰ ਛੱਤ ਦੇ ਮਾਲਕ ਰੂਹਾਨੀਅਤ ਦੇ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋਂ, ਆਪ ਰਾਤਰੀ ਵੇਲੇ ਤੇ ਦੀਵਾਨਾਂ ਦੀ ਹਾਜ਼ਰੀਆਂ ਭਰ ਰਹੇ ਹੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸ਼ਰਾਮ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਇਹ ਲਮੇਰੀ ਬਾਣੀ, ਜਿਹੜੀ ਬਾਣੀ ਕਈ ਗੁਰਮੁਖ ਪਿਆਰਿਆਂ ਦਾ ਨੇਮ ਵੀ ਹੈ ਰੋਜ਼ ਪੜ੍ਹਨ ਦਾ। ਆਪ ਸੰਗਤ ਲਗਾਤਾਰ ਇਹ ਬਾਣੀ ਦੀ ਵਿਚਾਰ ਪਿਛਲੇ ਦਿਨਾਂ ਤੋਂ ਸਰਵਣ ਕਰ ਰਹੇ ਹੋ। ਤੀਸਰੀ ਅਸ਼ਟਪਦੀ, ਚੌਥਾ ਪਦਾ, 4 ਪਦੀਆਂ ਤੱਕ ਹੋਇਆ। ਪੰਜਵਾਂ ਪਦਾ ਅਸੀਂ ਵਿਚਾਰ ਕੀਤੀ ਸੀ, ਇਸ ਕਰਕੇ ਦੁਬਾਰਾ ਪੰਜਵਾਂ ਪਦਾ ਆਪ ਸੰਗਤਾਂ ਦੇ ਸਨਮੁਖ ਭਾਈ ਸਾਹਿਬ ਜੀ ਨੇ ਪੜ੍ਹਿਆ, ਕਿਉਂਕਿ ਇਹ ਪਤਾ ਲੱਗ ਜਾਏ ਕਿ ਇਹ ਵਿਚਾਰ ਇੱਥੇ ਤੱਕ ਪਹੁੰਚੀ ਸੀ। ਆਪ ਬਖਸ਼ੋ ਅਸੀਸ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਆਪ ਘਰ ਬੈਠੇ ਸਰਵਣ ਕਰ ਰਹੇ ਹੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀ ਜੋੜਨ ਵਾਸਤੇ ਥੋੜ੍ਹੀ ਜਿਹੀ ਵਿਚਾਰ ਦਾਸ ਆਪ ਸੰਗਤਾਂ ਦੇ ਨਾਲ ਇਸ ਪਦੇ ਦੀ ਕਰੇ। 4 ਪਦਾਰਥ ਨੇ, ਧਰਮ ਅਰਥ ਕਾਮ ਮੋਕਸ਼। ਪਰ ਅਸਲ ਦੇ ਵਿੱਚ ਕਾਮ ਤੇ ਧਰਮ ਔਰ ਇਹ ਮੋਕਸ਼ ਤੇ ਅਰਥ, ਇਹ ਜਿਹੜੀਆਂ 4 ਬਖਸ਼ਿਸ਼ਾਂ ਨੇ, ਇਹਨਾਂ ਬਖਸ਼ਿਸ਼ਾਂ ਨੂੰ ਬੰਦੇ ਨੇ ਆਪਣੇ ਭੁੱਖ, ਆਪਣੇ ਢਿੱਡ, ਆਪਣੀਆਂ ਕਾਮਨਾਵਾਂ ਵਾਸਤੇ ਵਰਤ ਕੇ ਇਹਨੂੰ ਮਲੀਨ ਕਰਕੇ ਰੱਖ ਦਿੱਤਾ ਹੈ। ਅੱਜ ਧਰਮ ਵੀ ਭੁੱਖ ਹੋ ਗਈ ਹੈ ਢਿੱਡ ਦੀ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਔਰ ਅੱਜ ਜਿੰਨਾ ਕੁਛ ਪਸਰ ਰਿਹਾ ਪਸਾਰਾ ਸੰਸਾਰ ਦੇ ਵਿੱਚ,
ਕਾਮ ਨੂੰ ਅੱਗੇ ਰੱਖ ਕੇ ਤੇ ਅਰਥ ਸ਼ਾਸਤਰ ਚੱਲ ਰਿਹਾ ਹੈ। ਕੋਈ ਵੀ ਚੀਜ਼ ਸਮਾਜ ਦੇ ਵਿੱਚ, ਕੋਈ ਵੀ ਚੀਜ਼ ਮਨੁੱਖ ਨੂੰ ਵੇਚੀ ਜਾਂਦੀ ਹੈ, ਉਹ ਕਾਮ ਨਾਲ ਪਰੋਸ ਕੇ ਵੇਚੀ ਜਾਂਦੀ ਹੈ। ਤਨ ਦੀ ਨੰਗੇਜ਼ਤਾ ਕਾਮ ਹੈ ਔਰ ਉਹਦੇ ਰਾਹੀਂ ਅਰਥ ਸ਼ਾਸਤਰ ਚੱਲ ਰਿਹਾ। ਸਾਡੀ ਸਾਰੀ ਇਕੋਨਮੀ ਉਹਦੇ ਉੱਤੇ ਟਿਕ ਚੁੱਕੀ ਹੈ। ਔਰ ਜੀਵਨ ਦੇ ਵਿੱਚ ਮਨੁੱਖ ਦੇ ਨਾ ਹੀ ਇਹਦੇ ਅੰਦਰ ਧਰਮ ਦੀ ਕੋਈ ਭੁੱਖ ਹੈ ਤੇ ਨਾ ਹੀ ਇਹਦੇ ਅੰਦਰ ਮੋਕਸ਼ ਦੀ ਪ੍ਰਾਪਤੀ ਦਾ ਕੋਈ ਯਤਨ ਹੈ। ਪਰ ਮਹਾਰਾਜ ਜੀ ਕਹਿੰਦੇ ਧਰਮ ਤੇਰੇ ਅੰਦਰ ਸਭ ਤੋਂ ਪਹਿਲਾਂ ਹੋਣਾ ਚਾਹੀਦਾ। ਫਿਰ ਧਰਮ ਦੇ ਮਾਰਗ 'ਤੇ ਤੁਰਿਆ ਤੂੰ ਅਰਥ ਭਾਵ ਤੇਰੇ ਜੀਵਨ ਵਿੱਚ ਅਰਥ ਸ਼ਾਸਤਰ, ਹਰ ਤਰ੍ਹਾਂ ਦੀ ਤੇਰੀ ਨੀਡਸ ਤੇ ਡਿਜ਼ਾਇਰਸ ਜਿਹੜੀਆਂ ਨੇ ਉਹਨੂੰ ਤੂੰ ਸਮਝੇ ਕਿਹੜੀਆਂ ਲੋੜੀਂਦੀਆਂ ਨੇ ਤੇ ਕਿਹੜੀਆਂ ਤੈਨੂੰ ਦੁੱਖ ਤੇ ਸੁੱਖ ਇਹਨਾਂ ਦੋਨਾਂ ਵਿੱਚ ਫਸਾ ਸਕਦੀਆਂ ਨੇ। ਕਿਉਂਕਿ ਦੁਨੀਆ ਦੇ ਜਿੰਨੇ ਪਦਾਰਥ ਮਰਜ਼ੀ ਇਕੱਠੇ ਕਰ ਲਓ, ਅੰਦਰੋਂ ਸੁਖੀ ਉਹੀ ਬੰਦਾ ਹੈ ਜਿਹਦੇ ਅੰਦਰ ਨਾਮ ਦੀ ਕਿਣਕ ਹੈ। ਇਸ ਕਰਕੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਹ ਚਾਰੋਂ ਪਦਾਰਥ ਤੇ ਮੋਕਸ਼ ਹੈ। ਵਿਕਾਰਾਂ ਤੋਂ ਮੋਖ ਪ੍ਰਾਪਤ ਕਰ ਲੈਣਾ, ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਲੈਣਾ। ਇਹ ਕਿਸ ਤਰ੍ਹਾਂ ਮਿਲਦੀ ਹੈ? ਸੰਤ ਜਨਾਂ ਦੀ ਸੇਵਾ ਕੀਤਿਆਂ, ਸੰਤ ਜਨਾਂ ਦੀ ਸੰਗਤ ਵਿੱਚ ਬੈਠਿਆਂ, ਭਾਵੇਂ ਭਾਂਡੇ ਮਾਂਜੀਏ ਗੁਰਦੁਆਰੇ ਆ ਕੇ, ਭਾਵੇਂ ਝਾੜੂ ਲਾਈਏ, ਭਾਵੇਂ ਗੁਰੂ ਕੇ ਸ਼ਬਦ ਦੀ ਸੇਵਾ ਕਰੀਏ, ਭਾਵੇਂ ਸੰਗਤ ਦੀ ਚਰਨ ਝਾੜਨ ਦੀ ਸੇਵਾ, ਕਿਸੇ ਤਰ੍ਹਾਂ ਵੀ ਸੇਵਾ। ਮਹਾਰਾਜ ਕਹਿੰਦੇ ਨਾਮ ਜਪਣਾ ਵੀ ਸੇਵਾ ਹੈ। ਜੇ ਕੋ ਆपुना लफ्ज़ ही पढ़ियो जी, जे को अपना ना पढ़ियो। जे को आपुना दुख मिटावै, हर हर नाम हृदय सद गावै। जे दुख मिटाउणा है तो फिर सदा ही दुख के ख्यालों नूं, नैगेटिविटी नूं छड्ड के प्रभु के नाम विच जुड़ो, बाणी पढ़ो, शब्द पढ़ो, वाहिगुरू सिमरन करो। जे तुसी कोई अपनी शोभा चाहुंदे हो संसार विच, फिर संगत विच आके हौमे नूं छड्डिए। जे जन्म मरण के दुख तो डरना है, महाराज जी कहंदे असीं डरदे हां, जन्म मरण सब नूं है। बस एक गुरु ते एक करतार जन्म मरण दे विच नहीं है। जन्म मरण दोहू मैं ना ही जन, पर उपकारी आए। जी दान दे भगती लायन, हर स्यों लैन मिलाए। गुरु दे सन्मुख बैठ के साध जना की शरणी पर है। जिस जन कहो प्रभ दरस प्यासा, नानक ताकै बल बल जासा। आप संगतां तो बलहार गुरु अर्जुन साहब, जिन्हां दे अंदर दरस प्यास मेरो मन मोहियो, हर पंख लगाए मलीजै। जिन्हां दे अंदर सुख हो टल गुर सेविया, ऐन सहज सुभाए। दर्शन परसिया गुरु कै, जन्म मरण दुख जाए। ये अवस्था की भुख है। महाराज कहते उन्हां तो बलहार आओ जी। छेवें पदे वल वधिए जी। सगल पुरख मह पुरख प्रधान, साध संग जा का मिटै अभिमान। आपस को जो जाने नीचा, सो गनिय सब ते ऊंचा। जा का मन होए सगल की रीना, हर हर नाम तिन घट घट चीना। मन अपने ते बुरा मिटाना, पेखै सगल सृष्ट साजना। सुख दुख जन सम दृष्टिता, नानक पाप पुण्य नहीं लिपा। बलहार आप संगतां नूं, क्योंकि तकरीबन आप सारियां संगतां नूं ये बाणी कंठ है, पर यतन यह है कि बाणी कंठ शुद्ध होए वध तो वध। जो बचन जिस तरह लिखे ने असी उचार सकीए, अरदास है। सगल पुरख में पुरख प्रधान। वो प्रधान कौन है? ਜਿਹੜਾ किसी ਥਾਂ किसी नाम ਦਾ ਆਪਣੇ ਆਪ ਨੂੰ ਅਧਿਕਾਰੀ ਨਹੀਂ ਸਮਝਦਾ, ਪਰ ਅਸਲ ਦੇ ਵਿੱਚ ਜਿਹੜਾ ਸਭ ਕੁਝ ਹੋਣ ਦੇ ਬਾਵਜੂਦ ਵੀ ਕਹੇ ਕਿ ਮੇਰੇ ਕੋਲ ਕੁਝ ਨਹੀਂ ਹੈ, ਉਹਨੂੰ ਮਹਾਰਾਜ ਜੀ ਪ੍ਰਧਾਨ ਆਖਦੇ ਨੇ। ਜਿਹਨੂੰ ਪੜ੍ਹਦੇ ਹਾਂ ਪੰਜ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜਿਹਦੇ ਅੰਦਰ ਇੱਕੋ ਇੱਕ ਵਾਹਿਗੁਰੂ ਦਾ ਧਿਆਨ ਹੋਏ, ਉਹੀ ਪ੍ਰਵਾਨ ਤੇ ਉਹੀ ਪ੍ਰਧਾਨ ਹੈ। गुरु अर्जुन साहब कहते सारियां विच पहले पुरख के खखे नूं तुसीं औंकड़ नहीं पढ़ रहे, दूसरे पुरख के खखे नूं औंकड़ है। पहला पुरख है बहुवचन, बहुत सारे जणियां दे विच, बहुत सारे पुरखां दे विच, इस करके उथे औंकड़ नहीं है। पर दूसरा पुरख औंकड़ वाला है, कोई बहुत सारियां विच कोई एक विरला है, जिन्हों क्या हैन विरले ना ही घणे फैल फक्कड़ संसार। महाराज कहते सगल पुरख में पुरख प्रधान।
ਕੋਈ ਬਿਰਲਿਆਂ ਬਹੁਤ ਸਾਰਿਆਂ ਵਿੱਚੋਂ ਕੋਈ ਇੱਕ ਹੀ ਜਨ ਆਗੂ ਹੈ, ਕੋਈ ਬਖਸ਼ਿਸ਼ ਭਰਿਆ ਹੈ। ਸਾਧ ਸੰਗ ਜਾਕਾ ਮਿਟੈ ਅਭਿਮਾਨ। ਇਹ ਨਹੀਂ ਕਹੇ ਕਿ ਮੈਂ ਹੀ ਮੈਂ ਹਾਂ, ਨਹੀਂ, ਜਿਹਦਾ ਅਭਿਮਾਨ ਮਿਟ ਗਿਆ ਉਹੀ ਮਹਾਰਾਜ ਕਹਿੰਦੇ ਇੱਥੇ ਪ੍ਰਵਾਨ ਹੈ, ਉਹੀ ਪ੍ਰਧਾਨ ਹੈ। ਆਪਸ ਕਉ ਜੋ ਜਾਣੈ ਨੀਚਾ, ਜੋ ਨਿਮਰਤਾ ਵਿੱਚ ਆ ਕੇ ਮਹਾਰਾਜ ਜੀ ਦੇ ਸਨਮੁਖ ਇਹ ਮੰਨ ਲਏ ਕਿ ਸੱਚੇ ਪਾਤਸ਼ਾਹ ਮੇਰੇ ਅਹੰਕਾਰ, ਮੇਰੇ ਅਹੰਗ ਨੂੰ ਖਤਮ ਕਰੋ, ਮੇਰੀ ਹਉਮੈ ਨੂੰ ਤਿਆਗੋ, ਮੈਂ ਤੋਂ ਤੂੰ ਵਾਲੀ ਭਾਵਨਾ ਆਏ। ਆਪਸ ਕੋ ਜੋ ਜਾਣੈ ਨੀਚਾ। ਗੁਰੂ ਨਾਨਕ ਸਾਹਿਬ ਤੇ ਘੁੱਟ ਕੇ ਗਲਵਕੜੀਆਂ ਲਾਉਂਦੇ ਲਾਲੋ ਨੂੰ, ਉਹਦੇ ਘਰ ਜਾ ਕੇ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਬਚਨ ਕਿੱਡਾ ਕੀਮਤੀ ਬਚਨ ਕਿ ਇਹ ਸਾਰੀ ਬਾਣੀ ਖਸਮ ਕੀ ਹੈ, ਧੁਰ ਕੀ ਹੈ। ਉਹ ਲਾਲੋ ਦੇ ਘਰ ਇਸ ਲਈ ਕਿਹਾ ਕਿਉਂਕਿ ਉਹਦਾ ਹਿਰਦੇ ਰੂਪੀ ਭਾਂਡਾ ਨੀਵਾਂ ਹੈ, ਉਹਦੇ ਅੰਗਦ ਅਹੰਗ ਨਹੀਂ। ਪਰ ਮਲਕ ਭਾਗੋ ਦੇ ਸੱਦੇ ਤੇ ਵੀ ਸਤਿਗੁਰੂ ਜੀ ਨਹੀਂ ਗਏ, ਸਤਿਗੁਰੂ ਜੀ ਨੇ ਮਲਕ ਭਾਗੋ ਵੱਲ ਮੂੰਹ ਵੀ ਨਹੀਂ ਕੀਤਾ। ਇਸ ਕਰਕੇ ਕਬੀਰ ਸਾਹਿਬ ਦਾ ਵੀ ਬਚਨ ਹੈ। ਕਬੀਰ ਸਾਹਿਬ ਕਹਿੰਦੇ ਹੈ ਕਿ ਜਿਹੜਾ ਕੋਈ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਸੱਚੀ ਮੁੱਚੀ ਕੁਝ ਵੀ ਨਹੀਂ ਹਾਂ, ਜਿਹਦੇ ਮਨ ਦੇ ਅੰਦਰ ਇਹ ਵਾਲੀ ਭਾਵਨਾ ਹੈ, ਉਹ ਮੇਰਾ ਮਿੱਤਰ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ। ਜਿਹੜਾ ਇਹ ਕਹਿੰਦਾ ਹੈ, ਗੁਰੂ ਨਾਨਕ ਸਾਹਿਬ ਦਾ ਬਚਨ ਚਲੋ ਪਹਿਲਾਂ ਪੜ੍ਹ ਲੈਂਦੇ। ਨੀਚਾ ਅੰਦਰ ਨੀਚ ਜਾਤ, ਨੀਚੀ ਹੋਂ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਇਸ ਕਰਕੇ ਆਪਸ ਕੋ ਜੋ ਜਾਣੈ ਨੀਚਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਨੀਵਾਂ ਹਾਂ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਜਿਹੜਾ ਕਹੇ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸੱਚੀ ਗੱਲ ਇਹ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਆਖੇ ਤੇ ਬਾਕੀ ਸਾਰਿਆਂ ਨੂੰ ਆਖੇ ਤੁਸੀਂ ਚੰਗੇ ਹੋ, ਤੁਸੀਂ ਭਲੇ ਹੋ। ਮਹਾਰਾਜ ਕਹਿੰਦੇ ਸੋ ਗਨੀਐ ਸਭ ਤੇ ਉੱਚਾ। ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰਾਂ ਵਿੱਚ ਉਹੀ ਸਭ ਤੋਂ ਉੱਚਾ ਹੈ। ਜਾਕਾ ਮਨ ਹੋਏ ਸਗਲ ਕੀ ਰੀਨਾ ਲਫ਼ਜ਼ ਹੈ ਧੂੜ, ਖਾਕ ਸੰਸਕ੍ਰਿਤ ਦਾ ਲਫ਼ਜ਼ ਹੈ ਰੀਨ। ਕਹਿੰਦੇ ਜਿਹਦਾ ਮਨ ਸਾਰਿਆਂ ਦੀ ਖਾਕ ਹੋ ਜਾਏ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਉਹ ਸਭ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਦੇਖ ਸਕਦਾ। ਜਿਹਦਾ ਮਨ ਧੂੜ ਨਹੀਂ ਹੋਇਆ, ਜਿਹਦਾ ਮਨ ਧੂੜ ਦਾ ਮਤਲਬ ਕੀ ਹੈ, ਮਿੱਟੀ ਨਹੀਂ, ਧੂੜ ਦਾ ਮਤਲਬ ਹੈ ਨਿਮਰਤਾ ਦੇ ਵਿੱਚ ਇੰਨਾ ਆ ਗਿਆ, ਜਿਹੜਾ ਆਖਦਾ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹੁਣ ਪ੍ਰਣਵਤ ਨਾਨਕ ਤਾਰੇ ਸੋਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਤਰਦਾ ਹੀ ਉਹ ਹੈ ਜਿਹੜਾ ਆਪਣੇ ਅਵਗੁਣਾਂ ਨੂੰ ਵੀ ਵੇਖ ਲਏ। ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰਨੀਵਾ ਕਰ ਦੇਖ। ਤੀਜੀ ਅਸ਼ਟਪਦੀ ਦਾ ਇਹ ਪਦਾ ਬਹੁਤ ਕੀਮਤੀ ਹੈ। ਸਤਿਗੁਰੂ ਜੀ ਕਹਿੰਦੇ ਇੱਕ ਤੇ ਆਪਣੇ ਮਨ ਦਾ ਅਭਿਮਾਨ ਖਤਮ ਹੋਏ, ਇੱਕ ਆਪਣੇ ਆਪ ਨੂੰ ਭਾਵੇਂ ਕੋਈ ਜਾਤ ਕਰਕੇ ਕੋਈ ਕਹੇ ਨਹੀਂ ਜੀ ਮੈਂ ਖੱਤਰੀਆਂ ਦਾ, ਮੈਂ ਜੱਟਾਂ ਦਾ, ਇਹ ਵਾਲਾ ਵੀ ਕਿਸੇ ਦੇ ਅੰਦਰ ਅਭਿਮਾਨ ਨਾ ਹੋਏ। ਕੋਈ ਗੁਰੂ ਕਾ ਸਿੱਖ ਖੰਡੇ ਬਾਟੇ ਦੀ ਪਹੁਲ ਛਕਦਾ, ਉਹ ਅੱਜ ਤੋਂ ਬਾਅਦ ਕੋਈ ਉਹਨੂੰ ਪੁੱਛੇ ਨਾ ਤੇਰੀ ਜਾਤ ਗੋਤ ਕੀ ਹੈ, ਉਹ ਕਹੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹਾਂ, ਮੇਰੀ ਮਾਂ ਸਾਹਿਬ ਕੌਰ ਹੈ ਅਤੇ ਅਨੰਦਪੁਰ ਸਾਹਿਬ ਮੇਰਾ ਇਲਾਕਾ ਹੈ। ਤੂੰ ਮੈਥੋਂ ਜਾਤ ਪੁੱਛਦਾ ਹੈ, ਪਰ ਮੈਂ ਤੈਨੂੰ ਇਹ ਦੱਸਦਾ ਮੇਰੀ ਜਾਤ ਇਹ ਹੈ, ਬਾਕੀ ਮੇਰੇ ਵਿੱਚ ਗੁਰੂ ਦੀ ਕਿਰਪਾ ਵਰਤੇਗੀ ਅਤੇ ਮੇਰੇ ਕਰਮਾਂ ਤੋਂ ਪਛਾਣ ਲਈ ਮੇਰੀ ਜਾਤ ਕੀ ਹੈ। ਮਹਾਰਾਜ ਜੀ ਨੇ ਕਿਹਾ ਕਰਮਾਂ ਕਰਕੇ। ਸਾਹਿਬ ਜੀ ਕਹਿੰਦੇ ਖਸਮ ਵਿਸਾਰਹਿ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ। ਇਸ ਤੋਂ ਬਿਨਾਂ ਕੋਈ ਉੱਚੀ ਨੀਵੀਂ ਜਾਤ ਦਾ ਇਸ ਘਰ ਦੇ ਵਿੱਚ ਨਹੀਂ। ਮਹਾਰਾਜ ਕਹਿੰਦੇ ਨਾ ਮਾਣ ਹੈ ਉੱਚੀ ਜਾਤ ਦਾ ਅਤੇ ਨਾ ਨੀਵੀਂ ਜਾਤ ਦੀ ਹੀਨਤਾ ਹੈ। ਇਹਨੂੰ ਸਾਹਿਬ ਜੀ ਕਹਿੰਦੇ ਕਿ ਆਪਣਾ ਅਭਿਮਾਨ ਮਿਟ ਜਾਏ। ਜਿਹੜਾ ਮਨ ਸਾਰਿਆਂ ਦੀ ਧੂੜ ਹੋ ਜਾਏ, ਉਹ ਸਭ ਦੇ ਅੰਦਰ ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਉਹ ਸਮਝ ਸਕਦਾ ਹੈ ਕਿ ਸਾਰਿਆਂ ਦੇ ਵਿੱਚ ਪ੍ਰਭੂ ਦੇ ਨਾਮ, ਚੀਨਾ ਦਾ ਮਤਲਬ ਵੇਖਣਾ, ਘਟ ਦੇ ਅੰਦਰ ਸਾਰਿਆਂ ਦੇ ਵਿੱਚ ਪ੍ਰਭੂ ਹੀ ਵਸਦਾ ਹੈ। ਮਨ ਆਪਣੇ ਤੇ ਪੱਪੇ ਤੇ ਮਾੜਾ ਜਿਹਾ ਔਂਕੜ ਤੁਸੀਂ ਉਚਾਰਨ ਕਰਨਾ, ਲਘੂ ਉਚਾਰਨ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਣਾ। ਬਹੁਤ ਸੁੱਖ ਹੈ ਦੂਸਰਿਆਂ ਨੂੰ ਬੁਰਾ ਕਹਿਣਾ, ਇਹ ਅਸੀਂ ਬਹੁਤ ਅੱਜ ਫੜ ਲਿਆ। ਭਾਵੇਂ ਮੈਂ ਵੀ ਬੈਠਾ, ਮੇਰੇ ਅੰਦਰ ਵੀ ਇਹੀ ਹੈ। ਸੱਚ ਇਹ ਹੈ, ਗੁਰੂ ਜਾਣਦਾ ਕਿ ਬਹੁਤ ਸੁੱਖ ਹੈ ਕਿਸੇ ਦੀ ਬੁਰਾਈ ਕਰਨੀ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਆਪਣੇ ਆਪ ਦੀ ਬੁਰਾਈ ਨੂੰ ਮਿਟਾਉਣਾ ਸਭ ਤੋਂ ਮੁਸ਼ਕਿਲ ਹੈ। ਅਸੀਂ ਆਨੰਦ ਅਤੇ ਸੁੱਖ ਦੀ ਭਾਲ ਕਰਦੇ ਹਾਂ। ਆਨੰਦ ਅਤੇ ਸੁੱਖ ਦੀ ਭਾਲ ਕਿੱਥੋਂ ਨਹੀਂ ਹੋਣੀ, ਇੱਕੋ ਤੁਕ ਦੇ ਵਿੱਚ ਹੈ। ਮਹਾਰਾਜ ਕਹਿੰਦੇ ਆਪਣੇ ਅੰਦਰੋਂ ਆਪਣੀ ਬੁਰਾਈ ਨੂੰ ਦੂਰ ਕਰੋ, ਆਪਣੇ ਅੰਦਰੋਂ ਦੂਸਰਿਆਂ ਵਾਸਤੇ ਬੁਰੀ ਜਿਹੜੀ ਅਸੀਂ ਖਿਆਲਾਂ ਦੀ ਪੰਡ ਬੰਨੀ ਫਿਰਦੇ ਹਾਂ ਉਹਨੂੰ ਬਾਹਰ ਕੱਢੀਏ। ਨਿੰਦਾ ਚਿੰਦਾ ਦੂਸਰਿਆਂ ਬਾਰੇ ਜਿੰਨਾ ਕੂੜ ਕਬਾੜ ਅਸੀਂ ਭਰਿਆ ਹੋਇਆ ਸਭ ਬਾਹਰ ਕੱਢ ਕੇ ਸਭ ਨੂੰ ਖਿਮਾ ਕਰ ਦਈਏ। ਮਹਾਰਾਜ ਕਹਿੰਦੇ ਪਿੱਛੇ ਜੋ ਕੁਝ ਬਚੇਗਾ ਨਾ ਉਹ ਸੁੱਖ ਅਤੇ ਆਨੰਦ ਹੀ ਹੋਏਗਾ। ਹੁਣ ਸੁੱਖ ਅਤੇ ਆਨੰਦ ਅਸੀਂ ਦੱਬੀ ਫਿਰਦੇ ਹਾਂ,
ਨਿੰਦਾ ਚਿੰਦਾ ਦੇ ਵਿੱਚ, ਇਹ ਭਾਰ ਦੇ ਵਿੱਚ ਉਹ ਮਾੜਾ ਮੈਂ ਚੰਗਾ, ਉਹਨੇ ਇਸ ਤਰ੍ਹਾਂ। ਮਹਾਰਾਜ ਕਹਿੰਦੇ ਮਨ ਆਪਣੇ ਤੇ ਬੁਰਾ ਮਿਟਾਣਾ, ਜਿਹੜਾ ਆਪਣੇ ਆਪ ਦੀ ਬੁਰਾਈ ਨੂੰ ਖਤਮ ਕਰੇ। ਪੇਖੈ ਸਗਲ ਸ੍ਰਿਸ਼ਟ ਸਾਜਣਾ, ਸਾਰਿਆਂ ਦੇ ਵਿੱਚ ਉਹਨੂੰ ਸਾਜਣਾ ਸੱਜਣ ਪਿਆਰਾ ਦਿਸੇਗਾ। ਸੂਖ ਦੂਖ ਸਮ, ਸੂਖ ਦੂਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਇਸ ਤੁਕ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਰੱਖੋ। ਦੁੱਖ ਸੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਹ ਮੂਰਤ ਹੀ ਭਗਵਾਨ ਦੀ ਹੈ। ਮਹਾਰਾਜ ਕਹਿੰਦੇ ਸਰੀਰ ਮਨੁੱਖੀ ਹੈ ਪਰ ਅੰਦਰ ਰੱਬ ਵਰਤ ਰਿਹਾ ਹੈ, ਜਿਹੜਾ ਦੁੱਖ ਤੇ ਸੁੱਖ ਨੂੰ ਸਮ ਕਰਕੇ ਦੇਖ ਲੈਂਦਾ, ਜਿਹੜਾ ਇਹ ਨਹੀਂ ਕਹਿੰਦਾ ਕਿ ਹੁਣ ਦੁੱਖ ਆ ਰਿਹਾ ਤੇ ਮੇਰਾ ਸੁਭਾਅ ਬਦਲ ਜਾਏਗਾ, ਜੇ ਮੈਂ ਸੁਖੀ ਹਾਂ ਤੇ ਮੇਰੇ ਸੁਭਾਅ ਵਿੱਚ ਫਰਕ ਪੈ ਜਾਏਗਾ, ਜਾਂ ਮੇਰੇ ਕੋਲ ਦੌਲਤ ਆ ਜੇ ਤੇ ਮੈਂ ਆਕੜ ਜਾਵਾਂ, ਜੇ ਦੁਖੀ ਹੋ ਜਾਵਾਂ ਤੇ ਫਿਰ ਮੈਂ ਹੋਰਾਂ ਨੂੰ ਵੀ ਦੁਖੀ ਨਹੀਂ। ਸੂਖ ਦੁੱਖ ਜਨ ਸਮ ਦ੍ਰਿਸ਼ਟੇਤਾ, ਬਰਾਬਰ ਸਮਝੇ। ਇਹ ਵੀ ਰੱਬ ਦੇ ਦਿਨ ਸਮਝੇ ਦਿੱਤੇ ਹੋਏ, ਕਿਉਂਕਿ ਦੁੱਖਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਦੁਨੀਆ ਦੇ ਲੋਕ ਦੁੱਖਾਂ ਨੂੰ ਬੁਰਾ ਮਨਾਉਂਦੇ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਹੜਾ ਮੇਰਾ ਸਿੱਖ ਹੈ ਉਹ ਦੁੱਖਾਂ ਨੂੰ ਵੀ ਭਲਾ ਇਸ ਲਈ ਕਹਿੰਦਾ ਹੈ ਕਿਉਂਕਿ ਦੁੱਖਾਂ ਦੇ ਵਿੱਚ ਵੱਜੀ ਹੋਈ ਸੱਟਾਂ ਬੰਦੇ ਨੂੰ ਬੜਾ ਸੋਹਣਾ ਸ਼ਿੰਗਾਰ ਕੇ ਕਾੜ ਕੇ ਰੱਖ ਦਿੰਦੀ ਹੈ ਜੀਵਨ ਨੂੰ। ਬੰਦਾ ਅਸਲ ਦੇ ਵਿੱਚ ਦੁੱਖਾਂ ਵਿੱਚ ਖਾਧੀਆਂ ਹੋਈਆਂ ਸੱਟਾਂ ਤੋਂ ਹੀ ਸ਼ਿੰਗਾਰਿਆ ਜਾਂਦਾ ਹੈ, ਪਰ ਵਿਰਲਾ ਕੋਈ ਹੈ ਜਿਹੜਾ ਸਮ ਦ੍ਰਿਸ਼ਟੀ ਕਰਕੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ, ਦੁੱਖ ਨਹੀਂ ਮਾਨੈ ਸੁਖ ਸਨੇ, ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਉਹੀ ਨਾਨਕ ਪਾਪ ਪੁੰਨ ਨਹੀਂ ਲੇਪਾ, ਉਹ ਪਾਪ ਤੇ ਪੁੰਨ ਉਸ ਤੋਂ ਨਿਰਲੇਪ ਹੋਏ। ਸਮਝਿਓ ਇਸ ਗੱਲ ਨੂੰ, ਪਾਪ ਤੇ ਪੁੰਨ ਕੀ ਹੈ, ਪਾਪ ਤੇ ਪੁੰਨ ਦੀ ਭਾਵਨਾ ਕੀ ਹੈ। ਬੰਦਾ ਪਾਪ ਕਰੇ ਤੇ ਕਹੇ ਮੈਂ ਪ੍ਰਸ਼ਾਤਿਤ ਕਰਨ, ਜਿਹਨੂੰ ਅਸੀਂ ਅਨਕ ਪੁਨਹ ਚਰਨ ਪੜ ਕੇ ਆਏ, ਕਰਤ ਨਹੀਂ ਤਰਾ। ਪੁਨਹ ਚਰਨ ਕਿਹਨੂੰ ਕਹਿੰਦੇ ਆ? ਪ੍ਰਾਸ਼ਚਿਤ। ਬੰਦਾ ਕਹਿੰਦਾ ਮੈਂ ਪ੍ਰਸ਼ਾਇਤ ਕਰਨਾ ਤੁਰਿਆ ਕਿ ਬਈ ਮੇਰੇ ਪਾਪਾਂ ਦਾ ਪਛਤਾਪ ਹੋ ਜਾਏ, ਮੇਰੇ ਪਾਪ ਖਤਮ ਹੋ ਜਾਣ। ਮਹਾਰਾਜ ਕਹਿੰਦੇ ਤੈਨੂੰ ਪਾਪ ਤੇ ਪੁੰਨ ਤੋਂ ਹੀ ਨਿਰਲੇਪ ਕਰ ਦਿੱਤਾ ਕਿ ਤੇਰੇ ਅੰਦਰ ਨੇ ਨਾ ਪਾਪਾਂ ਦਾ ਖਿਆਲ ਆਇਆ, ਪਾਪ ਕਰਨਾ ਤੇ ਦੂਰ, ਤੇਰੇ ਅੰਦਰ ਪਾਪਾਂ ਦਾ ਖਿਆਲ ਹੀ ਖਤਮ ਹੋ ਗਿਆ। ਜਦ ਪਾਪਾਂ ਦਾ ਖਿਆਲ ਹੀ ਖਤਮ ਹੋ ਗਿਆ ਤੇ ਫਿਰ ਪੁੰਨ ਵਾਲੀ ਬਿਰਤੀ ਕਿਵੇਂ ਆਈ? ਫਿਰ ਜੋ ਕੁਝ ਕਰਦਾ ਉਹ ਭਲਾ ਹੀ ਕਰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਜਨ ਨਿਰਲੇਪ ਹੁੰਦੇ ਨੇ ਜੇ। ਨਿਰਤਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵਹੁ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨਹੁ ਆਪੇ, ਆਪਨ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ। ਨਿਰਧਨ ਕੋ ਧਨ ਤੇਰੋ ਨਾਉ, ਜਿਹਦੇ ਕੋਲ ਨਾਮ ਦਾ ਧਨ ਨਹੀਂ ਹੈ ਤੇ ਉਹ ਕਹੇ ਕਿ ਮੈਂ ਬਿਲਕੁਲ ਨਿਰਧਨ ਹਾਂ, ਮੈਂ ਬਿਲਕੁਲ ਕੰਗਾਲ ਹਾਂ, ਭੁੱਖਾਂ। ਤੇ ਜਿਹਦੇ ਕੋਲ ਬਹੁਤ ਧਨ ਹੈ ਉਹ ਕਹੇ ਮੇਰੇ ਕੋਲ ਬਹੁਤ ਹੈ ਪਰ ਚਿੰਤਾ ਬੜੀ। ਸੱਚ ਤੇ ਹੈ ਜਿਹੇ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਤੇ ਫਿਰ ਜਿਹਦੇ ਕੋਲ ਬਹੁਤ ਹੈ ਉਹ ਵੀ ਚਿੰਤਤ ਹੈ। ਕਹਿੰਦੇ ਜਿਹਦੇ ਕੋਲ ਨਹੀਂ ਹੈ, ਜੇ ਜਹ ਗ੍ਰਹਿ ਥੋੜਾ ਸੋ ਭ੍ਰਮਿਓ ਫਿਰੰਤਾ, ਸੋ ਫਿਰਿਓ ਭ੍ਰਮੰਤਾ। ਜਿਹਦੇ ਕੋਲ ਥੋੜਾ ਹੈ ਉਹ ਵੈਸੇ ਹੀ ਚਿੰਤਿਤ ਹੈ, ਪਰੇਸ਼ਾਨ ਹੈ ਹੀ। ਹੁਣ ਜਿਹਦੇ ਕੋਲ ਬਹੁਤ ਹੈ ਉਹ ਵੀ ਚਿੰਤਿਤ ਹੈ, ਜਿਹਦੇ ਕੋਲ ਬਹੁਤ ਨਹੀਂ ਹੈ, ਥੋੜਾ ਹੈ, ਉਹ ਵੀ ਚਿੰਤਿਤ ਹੈ। ਮਹਾਰਾਜ ਕਹਿੰਦੇ ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਹੁਣ ਦੋਨੋਂ ਵਿਵਸਥਾਵਾਂ ਤੋਂ, ਦੋਨੋਂ ਭਾਵ ਜੇ ਵੱਧ ਵੀ ਹੋਏ ਤੇ ਤਾਂ ਵੀ ਕੋਈ ਫਿਕਰ ਚਿੰਤਾ ਨਹੀਂ। ਦੇਣ ਵਾਲਾ ਉਹ ਹੈ, ਜਾਣ ਦੀ ਛੁੱਟਣ ਦੀ ਫਿਕਰ ਨਹੀਂ, ਕਿਉਂਕਿ ਚੰਗਾ ਮਾਰਗ ਤੁਰ ਰਿਹਾ ਬੰਦਾ ਨਿਰਲੇਪ ਹੋ ਗਿਆ ਮਨ। ਜੇ ਥੋੜਾ ਹੈ ਤਾਂ ਵੀ ਸ਼ੁਕਰਾਨਾ। ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ ਵਾਲੀ ਅਵਸਥਾ ਹੈ। ਇਸ ਕਰਕੇ ਜਿਹੜਾ ਨਿਰਧਨ ਪਤਾ ਕੌਣ ਹੈ? ਨਿਰਧਨ ਅਸਲ ਦੇ ਵਿੱਚ ਉਹ ਹੈ ਜਿਹਦੇ ਅੰਦਰ ਨਾਮ ਦਾ ਧਨ ਨਹੀਂ ਹੈ। ਇਹਦਾ ਜ਼ਿਕਰ ਕੀਤਾ ਹੈ, ਨਿਰਧਨ ਆਦਰ ਕੋਈ ਨਾ ਦੇ, ਲਾਗ ਜਤਨ ਕਰੇ ਉਹ ਚਿਤ ਨਾ ਧਰੇ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੋ ਸਰਧਨ ਨਿਰਧਨ ਕਹਿ ਜਾਏ, दिया आदर लिया बुलाए। सरधन निर्धन दोनों भाई प्रभ की कला ना मिट्टी जाई। कहो कबीर निर्धन है सोए। बस मुक्ति गल इत्थे है। असल गरीब असल निर्धन वो है जाके हृदय नाम ना हो। बस जिदे हृदय राम नहीं रमिया होया, वाहिगुरु नहीं, ਉਹੀ गरीब है। पर महाराज कहते जिदे अंदर हृदय च नाम नहीं है
ਉਹਦੇ ਲਈ ਸਾਰਾ ਆਸਰਾ ਪ੍ਰਭੂ ਦਾ ਨਾਮ ਹੈ। ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕਉ ਪ੍ਰਭ। ਤੇਰਾ ਥਾਂ ਜਿਹੜਾ ਨਿਥਾਵਾਂ ਹੈ, ਜਿੱਥੇ ਜਿਹਨੂੰ ਕੋਈ ਰੱਖ ਕੇ ਰਾਜ਼ੀ ਨਹੀਂ, ਜੇ ਉਹ ਗੁਰੂ ਕੋਲ ਆ ਜਾਏ। ਹੁਣ ਤੁਸੀਂ ਪ੍ਰੇਮਾ ਕੋੜੀ ਦਾ ਕਿੱਸਾ ਸੁਣਦੇ ਹੋ। ਗੁਰੂ ਅਮਰਦਾਸ ਜੀ ਦੇ ਦਰ ਤੇ ਬੜਾ ਅਮੀਰ ਸੀ, ਬਹੁਤ ਪੈਸਾ ਸੀ ਉਹਦੇ ਕੋਲ, ਪੁਸ਼ਤੈਨੀ ਧਨ ਬੜਾ ਆਇਆ ਸੀ ਪਿਓ ਦਾਦਿਆਂ ਦਾ, ਵਿਕਾਰਾਂ 'ਚ ਪੈ ਗਿਆ, ਪੈਸਾ ਸਾਰਾ ਪਾਪ ਬਣ ਗਿਆ ਤੇ ਤਨ ਨੂੰ ਕੋੜ ਲਾ ਬੈਠਾ, ਬਿਮਾਰੀ ਲਾ ਬੈਠਾ ਵਿਕਾਰਾਂ ਕਰਕੇ। ਫਿਰ ਕਿਸੇ ਨੇ ਚੱਕ ਕੇ ਗੁਰੂ ਅਮਰਦਾਸ ਜੀ ਦੇ ਦਰ ਤੇ ਬਿਠਾ ਦਿੱਤਾ। ਉੱਥੇ ਲੰਘਦਾ ਵੜਦਾ ਸੰਗਤ ਦਾ ਪਿਆਰਾ ਜਦ ਕੋਈ ਜਪਜੀ ਸਾਹਿਬ ਬਾਣੀ ਪੜ੍ਹਦਾ ਸੁਣਦਾ, ਉਹਦੇ ਕੰਨਾਂ 'ਚ ਪੈਂਦੀ, ਉਹਨੇ ਬੈਠਿਆਂ ਬੈਠਿਆਂ ਜਪਜੀ ਸਾਹਿਬ ਕੰਠ ਕਰ ਲਿਆ ਸੁਣ ਕੇ। ਮਹਾਰਾਜ ਦੇ ਦਰ ਤੇ ਜਾਣ ਦੀ ਹਿੰਮਤ ਹੀ ਨਾ ਪਈ, ਵਿਕਾਰੀ ਬੜਾ ਸੀ। ਪਰ ਮਹਾਰਾਜ ਨੇ ਇੱਕ ਦਿਨ ਸੱਦ ਲਿਆ, ਸੱਦ ਕੇ ਕਿਹਾ, ਪ੍ਰੇਮਾ ਕੋੜੀ ਸੀ। ਮਹਾਰਾਜ ਨੇ ਕਿਹਾ, ਬਹੁਤ ਕੀਤੇ ਪਾਪ, ਪਰ ਗੁਰੂ ਦੇ ਸੰਗਤਾਂ ਦੀ ਧੂੜ ਤੇਰੇ ਮਸਤਕ ਤੇ ਲੱਗੀ, ਤੈਨੂੰ ਗੁਰੂ ਦੇ ਦਰਸ਼ਨ ਦੀਦਾਰ ਨਸੀਬ ਹੋਏ। ਮਹਾਰਾਜ ਕਹਿੰਦੇ, ਇਹਨੂੰ ਇਸ਼ਨਾਨ ਕਰਾ ਕੇ ਲਿਆਓ, ਨਵੇਂ ਕੱਪੜੇ ਪਵਾਓ। ਮਹਾਰਾਜ ਨੇ ਉਹਦਾ ਰੋਗ ਦੂਰ ਕੀਤਾ, ਕੋੜ। ਇੱਥੋਂ ਤੱਕ ਤੁਸੀਂ ਸੁਣਦੇ ਹੋ 22 ਮੰਜੀਆਂ ਗੁਰੂ ਅਮਰਦਾਸ ਜੀ ਨੇ ਥਾਪੀਆਂ। 22 ਮੰਜੀਆਂ ਵਿੱਚੋਂ ਇੱਕ ਮੰਜੀ ਮੱਥੂ ਤੇ ਮੁਰਾਰੀ ਨੂੰ ਦਿੱਤੀ ਮਹਾਰਾਜ ਜੀ ਨੇ। ਇਹਦਾ ਨਾਮ ਮਹਾਰਾਜ ਜੀ ਨੇ ਮੁਰਾਰੀ ਰੱਖਿਆ। ਸਤਿਗੁਰੂ ਜੀ ਨੇ ਜਿਹੜਾ ਨਿਥਾਵਾਂ ਸੀ, ਜਿਹਨੂੰ ਸਾਰੇ ਧੱਕੇ ਮਾਰਦੇ ਸੀ, ਪਿੰਡ ਵਾਲਿਆਂ ਨੇ ਵੀ ਕੱਢ ਦਿੱਤਾ। ਮਹਾਰਾਜ ਗਏ ਨਹੀਂ ਗੁਰੂ ਨਾਨਕ ਸਾਹਿਬ ਨਿਥਾਵੇਂ ਕੋਲ, ਜਿਹਨੂੰ ਰੱਖਿਆ ਨਹੀਂ, ਕੋੜੀ ਸੀ, ਪਿੰਡ ਤੋਂ ਬਾਹਰ ਕੱਢ ਦਿੱਤਾ। ਪਿੰਡ ਵਾਲਿਆਂ ਨੇ ਬੂਹਾ ਨਹੀਂ ਖੋਲਿਆ ਗੁਰੂ ਨਾਨਕ ਸਾਹਿਬ ਦੀ ਆਮਦ ਤੇ। ਮਹਾਰਾਜ ਉਹਦੀ ਕੱਖਾਂ ਦੀ ਕੁੱਲੀ 'ਚ ਮੁਸ਼ਕ ਮਾਰਦਾ ਸੀ, ਜਾ ਕੇ ਗੁਰੂ ਕੀ ਬਾਣੀ ਗਾਉਂਦੇ, ਜੈਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਉਹ ਹੈਰਾਨ ਹੁੰਦਾ, ਇਹ ਕੌਣ ਆ ਗਏ, ਇਹ ਕੌਣ ਆ ਗਏ, ਮੈਂ ਤੇ ਮੁਸ਼ਕਿਆ ਪਿਆ, ਮੇਰੇ ਤਨ ਤੇ ਰੋਗ ਹੈ। ਮਹਾਰਾਜ ਕਹਿੰਦੇ, ਤੇਰਾ ਰੋਗ ਹੀ ਕੱਟਣ ਆਇਆ। ਇਹ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਇਹਨੂੰ ਮਹਾਰਾਜ ਜੀ ਕਹਿੰਦੇ, ਜੇ ਕਿੱਥੇ ਵੀ ਥਾਂ ਨਹੀਂ ਹੈ ਨਾ, ਫਿਰ ਭੱਜ ਕੇ ਗੁਰੂ ਕੋਲ ਆਓ ਭਾਈ, ਗੁਰੂ ਵਾਲੇ ਬਣੀਏ। ਗੁਰੂ ਬੜੀ ਬਖਸ਼ਿਸ਼ਾਂ ਦੇਣ ਵਾਲਾ ਹੈ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਗੁਰੂ ਹੈ। 12 ਬਖਸ਼ਿਸ਼ਾਂ ਧੰਨ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ ਨੂੰ ਮਿਲੀਆਂ ਕਿ ਤੁਮ ਹੋ ਨਿਮਾਨਣ ਕੇ ਮਾਣ, ਕਰਹੂ ਨਿਥਾਨਨ ਤਿਥਾਮਨ ਕੇ ਥਾਨ। ਨਿਉਟਿਆਂ ਕੀ ਓਟ, ਨਿਆਸਰਿਆਂ ਕੇ ਆਸਰੇ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਨਿਧਿਰੀਆਂ ਦੀ ਧੀਰ, ਨੀ ਧੀਰਿਆਂ ਦੀ ਧੀਰ। ਧਿਰ ਦਾ ਮਤਲਬ ਆਸਰਾ, ਧੀਰ ਦਾ ਮਤਲਬ ਧੀਰਜ। ਜੇ ਆਸਰਾ ਵੀ ਨਾ ਹੋਏ ਤਾਂ ਵੀ ਗੁਰੂ ਆਸਰਾ ਦੇਗਾ। ਜੇ ਕੋਈ ਧੀਰਜ ਦੇਣ ਵਾਲਾ ਵੀ ਨਾ ਹੋਏ ਨਾ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ। ਸਵਾਰਥ ਸਵਾਉ ਨਾ ਕੋ ਕਰੈ, ਨਾ ਕਿਛ ਹੋਵੈ ਕਾਜ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨੇਚਲ ਹੋਵੈ ਰਾਜ। ਰਾਜ ਦੇਣ ਵਾਲਾ ਗੁਰੂ ਅਮਰਦਾਸ ਸੱਚਾ ਪਾਤਸ਼ਾਹ। ਤੁਸੀਂ ਪੜ੍ਹੋ, ਹਸਤੀ ਸਿਰ ਜਿਉ ਅੰਕੁਸ਼ ਹੈ, ਐਰਣ ਜਿਉ ਸਿਰ ਦੇ। ਹਸਤੀ ਸਿਰ ਜਿਉ ਅੰਕਸ਼ ਹੈ, ਐਰਣ ਜਿਉ ਸਿਰ ਦੇ। ਮੰਤਨ ਆਗੈ ਰਾਗੈ, ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ। ਸਭ ਨੂੰ ਦੇਣ ਵਾਲੇ ਵਾਹਿਗੁਰੂ ਤੁਸੀਂ ਹੋ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰਜਾਮੀ। ਸਭ ਕੁਝ ਤੁਸੀਂ ਜਾਣਦੇ ਹੋ, ਅੰਗੀਕਾਰ ਕਰਨ ਵਾਲੇ ਹੋ ਤੁਸੀਂ, ਪਰ ਅੰਤਰਜਾਮੀ ਵੀ ਤੁਸੀਂ ਹੋ, ਤੁਹਾਡੇ ਤੋਂ ਲੁਕਿਆ ਨਹੀਂ। ਕਰਨ ਕਰਾਵਣ ਹਾਰ ਸੁਆਮੀ, ਕਰਨ ਵਾਲੇ ਤੁਸੀਂ, ਸਾਡੇ ਰਾਹੀਂ ਕਰਾਉਣ ਵਾਲੇ। ਹੁਣ ਅਸੀਂ ਕਹੀਏ ਅਸੀਂ ਬੈਠ ਕੇ ਕਥਾ ਸੁਣੀ, ਕਥਾ ਕੀਤੀ, ਇਹ ਸਿਰਫ ਔਰ ਸਿਰਫ ਬੇਵਕੂਫੀਆਂ ਹੋਣਗੀਆਂ, ਇਹ ਹੁਜਤਾਂ ਹੋਣਗੀਆਂ, ਇਹ ਹਿਕਮਤਾਂ ਹੋਣਗੀਆਂ, ਇਹ ਚਲਾਕੀਆਂ ਹੋਣਗੀਆਂ। ਸੱਚ ਤੇ ਇਹ ਹੈ ਕਿ ਕਰਨ ਵਾਲੇ ਤੇ ਕਰਾਉਣ ਵਾਲੇ ਸਵਾਮੀ ਤੁਸੀਂ ਹੋ। ਸਾਰੇ ਘਟਾਂ ਦੇ ਅੰਦਰ ਦੀ ਜਾਣਨ ਵਾਲੇ ਤੁਸੀਂ ਹੋ। ਆਪਣੀ ਗਤ ਮਿਤ ਜਾਣੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਇਹ ਬੜੀ ਕੀਮਤੀ ਤੁਕ ਹੈ ਭਾਈ। ਆਪਣੀ ਗਤ ਮਿਤ ਜਾਣੋ ਆਪੇ ਦਾ ਮਤਲਬ ਹੈ ਕਿ ਮੈਂ ਸਿਮਰਨ ਕਰ ਲਿਆ, ਘੜੀ ਮੈਂ ਸਿਮਰਨ ਕਰਕੇ ਤੁਹਾਨੂੰ ਵੀ ਕਿਹਾ ਤੁਸੀਂ ਵੀ ਜਪ ਲਓ, ਤੁਹਾਨੂੰ ਵੀ ਜਪਾ ਲਿਆ। ਫਿਰ ਮੈਂ ਕਥਾ ਵੀ ਕਰ ਲਈ ਘੰਟਾ, ਸਟੇਜ ਤੋਂ ਉਤਰ ਕੇ ਮੇਰੀ ਧੌਣ ਆਕੜੀ ਹੋਏ, ਮੈਂ ਕਰਕੇ ਆਇਆ। ਪਰ ਇਹ ਨਹੀਂ ਪਤਾ ਕਿ ਇੰਨਾ ਕੁਝ ਕਰਕੇ ਵੀ ਹਜੇ ਤੱਕ ਗਤ ਮਿਤ ਉਹਦੀ ਜਾਣੀ ਨਹੀਂ। ਉਹਦਾ ਨਹੀਂ ਪਤਾ ਕੀ ਹੈ। ਹਰ ਕੀ ਗਤ ਨਾ ਕੋ ਜਾਣੈ, ਮਾਣ ਮੈਂ ਕਰੀ ਫਿਰਾਂ ਫੜਾ ਮੈਂ ਬਹੁਤ ਮਾਰਾਂ, ਪਰ ਕਦੀ ਉਹਦੀ ਗਤ ਮਿਤ ਨਹੀਂ ਜਾਣੀ ਜਾ ਸਕਦੀ। ਉਹਦਾ ਕੁਝ ਨਹੀਂ ਪਤਾ। 99 ਕਦਮ ਤੁਰਿਆ ਹੋਇਆ ਵੀ ਉਹ ਕਦ ਇੱਕ ਕਦਮ ਤਿਲਕਾ ਦੇ ਬੰਦੇ ਦਾ। ਉਹ ਸੱਚੀ ਮੁੱਚੀ ਇਸ ਮਾਰਗ ਤੇ ਕਦੀ ਵੀ ਅਹੰਕਾਰ ਨਹੀਂ ਹੈ। ਅਗਲੀ ਤੁਕ ਜਿਹੜੀ ਹੈ, ਆਪਨ ਸੰਗ ਆਪ ਪ੍ਰਭ ਰਾਤੇ। ਆਪਣੇ ਸੰਗ ਆਪ ਰਤੇ ਹੋਏ ਹੋ, ਇਹਦਾ ਮਤਲਬ ਕੀ ਸਮਝਿਓ। ਜੇ ਹੁਣ ਅਸੀਂ ਸਿਮਰਨ ਕਰੀਏ, ਸਿਮਰਨ ਕਰਕੇ ਕਹੀਏ ਕਿ ਸਿਮਰਨ ਕੀਤਾ, ਬਾਣੀ ਪੜ੍ਹੀ, ਨਹੀਂ। ਜੇ ਸਾਡੇ ਰਾਹੀਂ ਸਿਮਰਨ ਕੋਈ ਕਰਾ ਰਿਹਾ ਨਾ, ਉਹ ਵਾਹਿਗੁਰੂ ਕਰਾ ਰਿਹਾ। ਇਹ ਨਾ ਕਹੀਏ ਕਿ ਮੈਂ ਸਿਮਰਨ ਕੀਤਾ।
ਇਹ ਵਾਹਿਗੁਰੂ ਦੀ ਕਿਰਪਾ ਹੋਈ, ਉਹਨੇ ਅੰਦਰ ਵਰਤ ਕੇ ਆਪ ਹੀ ਸਿਮਰਨ ਕੀਤਾ। ਅਸੀਂ ਤੇ ਕਰ ਹੀ ਨਹੀਂ ਸਕਦੇ। ਇੱਕ ਬਚਨ ਪੜੋ ਭਾਈ ਨੰਦ ਲਾਲ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਨਮੁਖ ਕਹਿੰਦੇ ਹੱਕ ਰਾ ਮਹਿਬੂਬ ਕਹਿੰਦੇ ਅਸਲ ਦੇ ਵਿੱਚ ਆਸ਼ਿਕ ਜੇ ਦੇਖਣਾ ਹੈ ਨਾ, ਕਦੇ ਕਦੀ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਕਸ ਬਣਾਇਓ ਆਪਣੇ ਅੰਦਰ। ਕਹਿੰਦੇ ਕੈਸੀ ਮਹਿਬੂਬਤਾ ਹੈ ਉਹਨਾਂ ਦੇ ਅੰਦਰ, ਕੈਸਾ ਇਸ਼ਕ ਹੈ ਪ੍ਰਭੂ ਦਾ, ਕੈਸੀ ਜਿੰਦ ਜਾਨ ਹੈ ਉਹਨਾਂ ਦੇ ਲਈ ਪ੍ਰਭੂ ਦਾ ਨਾਮ, ਕਿ ਉਹ ਵਿਸਰਦਾ ਹੀ ਨਹੀਂ ਹੈ। ਪੁੱਤਰ ਵੀ ਸਾਹਮਣੇ ਸ਼ਹੀਦ ਹੋ ਰਹੇ ਨੇ, ਪਰ ਮਹਿਬੂਬੀ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤਾਂ ਵੀ ਕਹਿੰਦੇ ਕਿ ਸ਼ੁਕਰ ਹੈ ਪ੍ਰਭੂ ਤੇਰਾ ਸੀ ਤੂੰ ਲੈ ਗਿਆ। ਇਹ ਮਹਿਬੂਬਤਾ ਕਿਹਦੇ ਅੰਦਰ ਹੈ? ਹੱਕ ਰਾ ਮਹਿਬੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਇੰਨੀ ਬੰਦਗੀ ਕਰਨ ਤੋਂ ਬਾਅਦ ਵੀ 16,000 ਵਾਰੀ ਜਮਨਾ ਦੇ ਕੰਢੇ ਪੌਂਟਾ ਸਾਹਿਬ ਤੇ ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਮਕੀ ਤੂੰ ਹੀ, ਮਕਾ ਤੂੰ ਹੀ, ਅਮੀ ਤੂੰ ਹੀ, ਅਮਾ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੀਆਂ ਧੁਨਾਂ ਉਚਾਰੀਆਂ। ਇੱਥੋਂ ਤੱਕ 16,000 ਵਾਰੀ ਉਚਾਰ ਕੇ, ਇਹ ਥੋੜੀ ਕਿਹਾ ਕਿ ਅਸਾਂ ਨੇ ਉਚਾਰੀ। ਕਹਿੰਦੇ ਤਾਲਬੋ ਮਤਲੂਬ, ਆਸ਼ਕ ਵੀ ਗੁਰੂ ਗੋਬਿੰਦ ਸਿੰਘ ਆਪ ਤੇ ਮਸ਼ੂਕ ਵੀ ਗੁਰੂ ਗੋਬਿੰਦ ਸਿੰਘ ਆਪ। ਤਾਲਬੋ ਮਤਲੂਬ ਆਪ ਕਰਾਉਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਮੇਰੇ ਵਿੱਚ ਬੈਠ ਕੇ ਆਪਣੀ ਉਸਤਤ ਆਪ ਕਰਾ ਲਈ, ਮੈਂ ਥੋੜੀ ਕੀਤੀ। ਇਸ ਕਰਕੇ ਕੀਤਾ ਹੋਇਆ ਸਿਮਰਨ ਪਾਠ ਪਹਿਲਾਂ ਜ਼ਰੂਰ ਕਰਕੇ ਬੈਠੀਏ, ਅਰਦਾਸ ਕਰਕੇ ਬੈਠੀਏ, ਸਤਿਗੁਰ ਤੁਸੀਂ ਕਰਾਉਣਾ ਹੈ। ਤੇ ਜਦ ਹੋ ਜਾਏ, ਜਦ ਸਾਨੂੰ ਲੱਗੇ ਇਹ ਨੇਮ ਨਿਭ ਗਏ ਨੇ, ਫਿਰ ਗੁਰੂ ਅੱਗੇ ਸ਼ੁਕਰਾਨੇ ਦੀ ਅਰਦਾਸ ਕਰੀਏ, ਤੁਸੀਂ ਨਿਭਾ ਲਿਆ। ਆਪਨ ਸੰਗ ਆਪ ਪ੍ਰਭ ਰਾਤੇ, ਤੁਸੀਂ ਰੱਤੇ ਹੋਏ ਹੋ ਤੇ ਤੁਸੀਂ ਕਰਾਉਣ ਵਾਲੇ ਹੋ। ਤੁਮਰੀ ਉਸਤਤ ਤੁਮ ਤੇ ਹੋਏ। ਕੌਣ ਕਹਿੰਦਾ ਮੈਂ ਉਸਤਤ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਤੂੰ ਸੁਲਤਾਨ ਕਹਾ ਹੋ ਮੀਆਂ, ਜੇ ਮੈਂ ਕਰਨ ਵਾਸਤੇ ਆਵਾਂ ਤੇ ਸੁਲਤਾਨ ਨੂੰ ਮੀਆਂ ਮੀਆਂ ਹੀ ਆਖਾਂਗਾ। ਕਮਣ ਤੇਰੀ ਵਡਿਆਈ, ਉਹ ਤੇਰੀ ਕਿਹੜੀ ਵਡਾਈ ਹੈ? ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੁਮਰੀ ਉਸਤਤ ਤੁਮ ਤੇ ਹੋਏ, ਤੁਹਾਡੀ ਉਸਤਤ ਤੁਸੀਂ ਕਰਾ ਰਹੇ ਹੋ। ਨਾਨਕ ਅਵਰ ਨਾ ਜਾਣਸ ਕੋਈ ਹੋਰ ਤੁਹਾਡੇ ਵਰਗਾ ਨਹੀਂ ਹੈ ਜਿਹੜਾ ਤੁਹਾਡੀ ਉਸਤਤ ਕਰ ਸਕੇ ਜੀ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਜਪੋ ਜੀ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਹ ਕਟ ਵਸੈ ਹਰ ਨਾਮ। ਸਰਬ ਧਰਮ ਹੈ ਸ੍ਰੇਸ਼ਟ ਧਰਮ। ਜੇ ਕਿਸੇ ਵਿਦਵਾਨ ਸੱਜਣ ਨੂੰ ਪੁੱਛੋ, ਬਹੁਤ ਪ੍ਰੋਫੈਸਰਸ ਨੇ, ਬਹੁਤ ਡਾਕਟਰਸ, ਡਾਕਟਰੇਟ, PhD ਕਰਨ ਵਾਲੇ ਜਿਨ੍ਹਾਂ ਨੇ ਧਰਮ ਦੀ ਪਰਿਭਾਸ਼ਾਵਾਂ ਲਿਖੀਆਂ ਨੇ, ਪਰਿਭਾਸ਼ਾ ਲਿਖੀ ਹੈ, ਬਹੁਤ ਵਿਦਵਾਨ ਨੇ, ਬੜੇ ਸਕਾਲਰਸ ਨੇ। ਉਹਨਾਂ ਨੂੰ ਧਰਮ ਦੀ ਪਰਿਭਾਸ਼ਾ ਪੁੱਛੋਗੇ ਤੇ ਉਹ ਕਹਿਣਗੇ ਬਈ ਅਸੀਂ ਲੱਭ ਕੇ ਤੁਹਾਨੂੰ ਦੱਸਾਂਗੇ ਕਿ ਗ੍ਰੀਕ ਫਿਲਾਸਫੀ, ਗ੍ਰੀਕ ਥਿਓਲੋਜੀ ਕੀ ਕਹਿੰਦੀ ਹੈ, ਥਿਓਸ ਕੀ ਕਹਿੰਦਾ ਕਿ ਇਸ ਧਰਤੀ ਤੇ ਜਿਹੜਾ ਹੋਰ ਧਰਮਾਂ ਦੇ ਭਾਵ ਕਿ ਜ਼ੋਰੈਸਟਰਿਜ਼ਮ ਦੇ ਵਿੱਚ ਕੀ ਹੈ ਧਰਮ ਦੀ ਪਰਿਭਾਸ਼ਾ, ਜਾਂ ਯਹੂਦੀ ਧਰਮ ਕੀ ਕਹਿੰਦਾ। ਇਸ ਧਰਮਾਂ ਦੇ ਬਹੁਤ ਵੱਖ-ਵੱਖ ਵਿਦਵਾਨ ਵੱਖ-ਵੱਖ ਕਿਤਾਬਾਂ ਲੱਭ ਕੇ ਫਰੋਲ ਕੇ ਬਹੁਤ ਸਾਰੀਆਂ ਪਰਿਭਾਸ਼ਾਵਾਂ ਦੇ ਨਾਲ ਫਿਰ ਆਹ ਦੱਸਣਗੇ ਬਈ ਇਹ ਵੀ ਧਰਮ ਹੈ, ਇਹ ਵੀ ਧਰਮ ਹੈ, ਇਹ ਵੀ ਧਰਮ ਹੈ, ਇਹ ਵੀ ਧਰਮ ਹੈ। ਬਹੁਤ ਸਾਰੀਆਂ ਪਰਿਭਾਸ਼ਾਵਾਂ ਆ ਜਾਣਗੀਆਂ, ਬੜੇ ਸਾਰੇ ਰੈਫਰੈਂਸਿਸ ਆ ਜਾਣਗੇ, ਪਰ ਮੁੱਖ ਦੀ ਗੱਲ ਧੰਨ ਗੁਰੂ ਅਰਜਨ ਸਾਹਿਬ ਨੇ ਇੱਕੋ ਤੁਕ ਦੇ ਵਿੱਚ ਧਰਮ ਦੀ ਪਰਿਭਾਸ਼ਾ ਕਰ ਦਿੱਤੀ ਬਈ ਆਹ ਧਰਮ ਦੀ ਪਰਿਭਾਸ਼ਾ, ਇਹ ਧਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ। ਦੋ ਚੀਜ਼ਾਂ ਇਹਦੇ ਵਿੱਚ ਦੱਸ ਦਿੱਤੀਆਂ ਮਹਾਰਾਜ ਜੀ ਨੇ ਧਰਮ ਦੀ ਪਰਿਭਾਸ਼ਾ ਦੇ ਨਾਲ। ਕੋਈ ਇਕੱਲਾ ਇਹ ਕਹੇ ਕਿ ਮੈਂ ਨਾਮ ਜਪ ਰਿਹਾ ਤੇ ਮੈਂ ਧਰਮੀ ਹਾਂ, ਤੇ ਕੋਈ ਇਕੱਲਾ ਇਹ ਕਹੇ ਕਿ ਮੈਂ ਕਿਰਤੀਆਂ, ਮੇਰੇ ਕੋਲ ਵੇਲ ਨਹੀਂ ਨਾਮ ਜਪਣ ਲਈ, ਮੇਰਾ ਕਿਰਤੀ ਧਰਮ ਹੈ। ਬਿਲਕੁਲ ਗੁਰੂ ਨਾਨਕ ਸਾਹਿਬ ਨੇ ਦੋਨਾਂ ਗੱਲਾਂ ਨੂੰ ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ। ਸੁਣੋ, ਧਰਮ ਦੀ ਪਰਿਭਾਸ਼ਾ ਇਹ ਹੈ ਸ੍ਰੇਸ਼ਟ ਧਰਮ। ਹਾਂ, ਸ੍ਰੇਸ਼ਟ ਧਰਮ ਦੀ ਗੱਲ ਕਰਦੇ ਆ, ਸਭ ਤੋਂ ਉਚੇਚਾ। ਮਹਾਰਾਜ ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਤੂੰ ਨਾਮ ਵੀ ਜਪੇਗਾ, ਇੱਕ ਤੂੰ ਨਿਰਮਲ ਕਰਮ ਵੀ ਕਰੇਗਾ। ਕੱਲਾ ਕਰਮ ਕਰਨ ਵਾਲਾ ਬੰਦਾ ਕਹੇ ਨਹੀਂ ਜੀ ਮੇਰੇ ਕੋਲ ਵੇਲ ਨਹੀਂ ਨਾਮ ਜਪਣ ਦੀ, ਨਹੀਂ, ਉਹਦੇ ਲਈ ਵੀ ਨਾਮ ਜਪਣਾ ਅਤ ਲਾਜ਼ਮੀ ਹੈ।
ਤੇ ਜਿਹੜਾ ਨਾਮ ਜਪਣ ਵਾਲਾ ਉਹ ਕਹੇ ਮੇਰੇ ਕੋਲ ਇਹੀ ਕੰਮ ਹੈ, ਮੈਂ ਇਹੀ ਕਰ ਰਿਹਾ। ਮਹਾਰਾਜ ਕਹਿੰਦੇ ਨਹੀਂ, ਕਰਮ ਕਰਨਾ ਵੀ ਅਤ ਨਿਰਮਲ ਹੈ, ਤੇਰੇ ਜੀਵਨ ਨਿਰਮਲ ਕਰਮ ਕਰਨਾ ਲਾਜ਼ਮੀ ਹੈ। ਸਗਲ ਕਿਰਿਆ ਮੈਂ ਊਤਮ ਕਿਰਿਆ। ਹੁਣ ਕਿਰਿਆ ਤੇ ਕਿਰਿਆ ਬੜਾ ਧਿਆਨ ਰੱਖਿਓ। ਸਗਲ ਕਿਰਿਆ ਮਹਿ ਊਤਮ ਕਿਰਿਆ। ਕਿਰਿਆ ਕਿਰਿਆ ਇਹ ਬੜਾ ਸੂਖਸ਼ਮ ਉਚਾਰਨ ਹੈ। ਕੱਕੇ ਪੈਰ ਰਾਰਾ ਪਿਆ ਹੋਇਆ ਉਹ ਕਿਰਿਆ ਹੋਏਗਾ, ਤੇ ਜਿਹੜਾ ਕਿਰਿਆ ਲਿਖਿਆ ਹੋਇਆ ਉਹ ਕਿਰਿਆ ਹੋਏਗਾ। ਹੈ ਇਹ ਬਹੁਤ ਸੂਖਸ਼ਮ ਉਚਾਰਨ। ਭਾਵੇਂ ਜੇ ਨਹੀਂ ਪਕੜ ਵਿੱਚ ਆਉਂਦੇ ਤੇ ਕੋਈ ਗੱਲ ਨਹੀਂ, ਸਿਰਫ ਇੱਕ ਫਰਜ਼ ਸੀ ਦੱਸਣ ਦਾ। ਸਗਲ ਕਿਰਿਆ ਮੈਂ ਊਤਮ ਕਿਰਿਆ। ਸਾਰੀ ਕਿਰਿਆਵਾਂ ਦੇ ਵਿੱਚ ਸਭ ਤੋਂ ਉੱਤਮ ਕਿਰਿਆ ਕਿਹੜੀ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਸੰਗਤ ਵਿੱਚ ਆ ਕੇ ਦੁਰਮਤ ਦੀ ਮੈਲ ਦੂਰ ਕਰੀਏ, ਆਪਣੇ ਅੰਦਰ ਦੇ ਅਹੰਗ ਤੇ ਪਾਪਾਂ ਨੂੰ ਧੋਈਏ। ਸਗਲ ਉਦਮ ਹੈ ਉਦਮ ਭਲਾ। ਸਾਰੇ ਉਦਮਾਂ ਵਿੱਚੋਂ ਤੁਸੀਂ ਦੇਖ ਲਓ ਭਾਈ ਕਿ ਉਦਮ ਦੇ ਪਹਿਲੇ ਮਾਂ ਨੂੰ ਔਂਕੜ ਨਹੀਂ ਹੈ। ਬਹੁਤ ਸਾਰੇ ਉਦਮਾਂ ਦੀ ਗੱਲ ਕੀਤੀ, ਬਹੁਵਚਨ ਹੈ। ਅਗਲਾ ਉਦਮ ਫਿਰ ਔਂਕੜ ਨਾਲ ਹੈ ਇੱਕ। ਇਹ ਸਾਰਿਆਂ ਵਿੱਚੋਂ ਇੱਕ ਕਿਹੜਾ ਉਦਮ ਸਭ ਤੋਂ ਸ੍ਰੇਸ਼ਟ ਭਲਾ ਹੈ? ਹਰਿ ਕਾ ਨਾਮ ਜਪੋ ਜੀ ਸਦਾ। ਮੂੰਹ ਦੇ ਨਾਲ ਤੇ ਬਹੁਤ ਜਪ ਲਿਆ, ਮਹਾਰਾਜ ਕਹਿੰਦੇ ਹੁਣ ਜੀ ਨਾਲ, ਮਨ ਨਾਲ, ਜਿੰਦ ਨਾਲ, ਹਿਰਦੇ ਨਾਲ ਵੀ ਜਪੀਏ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ। ਅੰਮ੍ਰਿਤ ਨਾ ਪੜਿਆ ਕਰੋ ਭਾਈ, ਮਾਂ ਨੂੰ ਸਿਹਾਰੀ ਦਾ ਉਚਾਰਨ ਹੋਏਗਾ। ਸਾਰੀ ਬਾਣੀਆਂ ਵਿੱਚੋਂ ਬਾਣੀ ਲਫ਼ਜ਼ ਵਰਤਿਆ ਹੋਇਆ ਹੈ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਇਹਨੂੰ ਹੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਕ ਬਖਾਣੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਗਲ ਬਾਣੀ ਮੈਂ ਉੱਤਮ ਬਾਣੀ। ਹਰ ਕੋ ਜਸ, ਪ੍ਰਭੂ ਦਾ ਜਸ ਇਹ ਗਾਓ ਸੁਣ। ਫਿਰ ਸੁਣੋ ਵੀ, ਗਾਇਆ ਹੋਇਆ ਕੱਲਾ ਹਰ ਕੋ ਜਸ ਸੁਣ। ਰਸਨ ਬਖਾਣੀ, ਰਸਨਾ ਤੋਂ ਬੋਲਿਆ ਹੋਇਆ ਐਵੇਂ ਨਿਫਲ ਜਾਏਗਾ ਜੇ ਸੁਣਿਆ ਹੀ ਨਹੀਂ। ਸੁਣ ਕੇ ਅੰਦਰ ਵਸੇਗਾ, ਤੇ ਜਦ ਅੰਦਰ ਵਸੇਗਾ ਤੇ ਅੰਦਰ ਦਾ ਥਾਂ ਕਿਹੋ ਜਿਹਾ ਹੋ ਜਾਏਗਾ? ਸਗਲ ਥਾਨ ਤੇ ਉਹ ਊਤਮ ਥਾਨ। ਜਿਹੇ ਨਾਨਕ ਜਿਹੇ ਘਟ ਵਸੈ ਹਰ ਨਾਮ। ਇੱਥੇ ਥਾਨ ਦਾ ਨੰਨਾ ਮੁਕਤਾ ਹੈ। ਪਹਿਲਾਂ ਬਹੁਤ ਸਾਰੀਆਂ ਥਾਵਾਂ ਦਾ ਜ਼ਿਕਰ ਕੀਤਾ, ਪਰ ਅਗਲੇ ਨੰਨੇ ਨੂੰ ਔਂਕੜ ਹੈ ਇੱਕ ਵਚਨ ਕਿ ਸਾਰੇ ਹਿਰਦਿਆਂ ਵਿੱਚੋਂ ਉਹੀ ਹਿਰਦਾ ਕੀਮਤੀ ਹੈ, ਉੱਤਮ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸਈ ਨਗਰ ਉਜਾੜੀ ਜੀਓ। ਇਸ ਕਰਕੇ ਕਬੀਰ ਜਿਹੇ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਇਸ ਕਰਕੇ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਅੰਦਰ ਮਹਾਰਾਜ ਕਹਿੰਦੇ ਪ੍ਰੇਤਾਂ ਵਾਲਾ, ਅੰਦਰ ਭੂਤਾਂ ਵਾਲਾ, ਅੰਦਰ ਜਿਨ੍ਹਾਂ ਵਾਲਾ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਧੀ ਜਨੂਰੀ ਪੁੱਤ ਜਨੂਰਾ, ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਅੰਦਰ ਮਹਾਰਾਜ ਜੀ ਕਹਿੰਦੇ ਇਹ ਹਾਲਤ ਹੋਏਗੀ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਉ ਡਰੋਰੀ। ਅੰਦਰ ਇਹ ਸਾਰੇ ਵਿਕਾਰ ਜਕੜੀ ਫਿਰਨਗੇ। ਇਸ ਕਰਕੇ ਹਿਰਦੇ ਦੇ ਅੰਦਰ ਨਾਮ ਅਤ ਲਾਜ਼ਮੀ ਹੈ। ਜਿਹਦੇ ਹਿਰਦੇ ਵਿੱਚ ਨਾਮ ਹੈ ਸਗਲ ਥਾਨ ਤੇ ਉਹ ਉੱਤਮ ਥਾਮ। ਨਾਨਕ ਜਿਹੇ ਘਟ ਵਸੈ, ਜਹ ਨਹੀਂ, ਜਾਂ ਜਹ ਵੀ ਨਹੀਂ ਪੜਨਾ ਬਿੰਦੀ ਲਾ ਕੇ। ਜਿਹੇ ਜੱਜੇ ਨੂੰ ਸਿਹਾਰੀ ਹੈ, ਹਾਹੇ ਨੂੰ ਸਿਹਾਰੀ ਨਹੀਂ ਹੈ। ਨਾਨਕ ਜਿਹੇ ਘਟ ਵਸੈ ਹਰ ਨਾਮ। ਜਿਸ ਹਿਰਦੇ ਵਿੱਚ ਨਾਮ ਵਸਦਾ ਹੈ ਜੀ। ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸਮਾਲ। ਜਿਨ ਕੀ ਆਤਿਸ ਚੀਤ ਰਖ ਨਾਨਕ ਨਿਭਈ ਨਾਲ। ਹੁਣ ਅਗਲੇ ਸ਼ਲੋਕ ਵੱਲ ਅਸੀਂ ਤੁਰ ਪਏ ਹਾਂ। 3 ਅਸ਼ਟਪਦੀਆਂ ਦੀ ਇੱਥੇ ਸਮਾਪਤੀ ਹੈ ਔਰ ਚੌਥਾ ਪਦਾ, ਚੌਥੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਚੌਥੀ ਅਸ਼ਟਪਦੀ ਦੀ ਪਹਿਲੀ ਜਿਹੜੀ ਆਰੰਭਤਾ ਹੈ ਉਹ ਸ਼ਲੋਕ ਤੋਂ ਹੈ। ਔਰ ਆਪ ਸੰਗਤ ਜਾਣਦੇ ਹੋ ਸ਼ਲੋਕ ਪੂਰੀ ਅਸ਼ਟਪਦੀ ਦਾ ਨਿਚੋੜ ਹੈ। ਤੇ ਸਤਿਗੁਰ ਜੀ ਕੀ ਬਖਸ਼ਿਸ਼ ਕਰਦੇ ਨੇ? ਸ਼ਲੋਕ ਨਿਰਗੁਣ ਯਾਰ। ਪਹਿਲਾਂ ਆਪਣੇ ਆਪ ਨੂੰ ਗੁਣਾ ਤੋਂ ਹੀਨ ਸਮਝ ਤਾਂ ਸਹੀ। ਇਆਣਿਆ, ਆਪਣੇ ਆਪ ਨੂੰ ਸਮਝ ਕਿ ਮੈਂ ਬਹੁਤਾ ਸਿਆਣਾ ਨਹੀਂ ਹਾਂ। ਜੇ ਸਿਆਣਾ ਮਾਣ ਕਰੇਗਾ ਇਆਨੜੀਏ ਮਾਨੜਾ ਕਾਇ ਕਰੇ। ਕਿਹੜੀ ਗੱਲਾਂ ਦਾ ਮਾਣ ਕਰਨੀਆਂ? ਕਹਿੰਦੇ ਨਾ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਮਾਨ ਢੇਡ ਪਗਰੀ। ਕਾਹਦਾ ਮਾਣ ਹੈ? ਕਹਿੰਦੇ ਕੁਛ ਵੀ ਅੰਦਰ ਨਹੀਂ। ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਉਸ ਵਾਹਿਗੁਰੂ ਨੂੰ ਸਦਾ ਚੇਤੇ ਕਰ। ਸੰਭਾਲ ਦਾ ਮਤਲਬ ਹਿਰਦੇ 'ਚ ਇਹਨੂੰ ਸੰਭਾਲ ਨਹੀਂ ਪੜਨਾ, ਸੰਭਾਲ ਪੜਨਾ ਹੈ। ਮੰਮੇ ਨੂੰ ਹਾਹਾ ਲਾ ਕੇ ਪੜਨਾ ਹੈ, ਕਿਉਂਕਿ ਇਹਦੇ ਅਰਥ ਇਵੇਂ ਭਾਵੇਂ ਲਿਖਿਆ ਨਹੀਂ ਪਰ ਇਸ਼ਾਰਾ ਹੈ। ਸੰਭਾਲ ਦਾ ਮਤਲਬ ਸੰਭਾਲ ਕੇ ਰੱਖਣ ਵਾਲਾ।
ਇਹਨੂੰ ਅਸੀਂ ਲਫ਼ਜ਼ ਕਹਿੰਦੇ ਨਾ ਕੋਈ ਚੀਜ਼ ਸੰਭਾਲ ਲਈਏ ਤੇ ਇਹਨੂੰ ਨਾਮ ਨੂੰ ਪ੍ਰਭੂ ਦੇ ਨਾਮ ਨੂੰ ਹਿਰਦੇ 'ਚ ਸਾਂਭ ਤਾਂ ਸਹੀ। ਜਿਨ ਕੀਆ ਤਿਸ ਚੀਤ ਰੱਖ, ਜਿਹਨੇ ਸਭ ਕੁਝ ਬਣਾਇਆ, ਜਿਹਨੇ ਸਾਰਾ ਕੁਝ ਕਰਨਾ, ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ, ਜੇ ਕਰ ਸਕੀਏ ਆਪਣਾ ਕੀਤਾ ਕਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਜਿਨ ਕੀਆ ਤਿਸ ਚੀਤ ਰੱਖ, ਤਿਸ ਦੇ ਸੱਸੇ ਨੂੰ ਔਂਕੜ ਇੱਕ ਵਚਨ ਵਾਹਿਗੁਰੂ ਵੱਲ ਇਸ਼ਾਰਾ ਹੈ, ਉਹਨੂੰ ਚੇਤੇ ਰੱਖ। ਨਾਨਕ ਨਿਭ ਹੀ ਨਾਲ, ਨਿਭਣ ਵਾਲਾ ਉਹੀ ਹੈ। ਪਿਛਲੇ 3 ਅਸ਼ਟਪਦੀਆਂ ਦੇ ਵਿੱਚ ਨਾਮ ਦੀ ਮਹਿਮਾ ਪੜ੍ਹ ਕੇ ਆਏ ਹਾਂ। ਸਿਮਰਨ ਨਾਲ ਨਿਭਣ ਵਾਲਾ ਕਿੱਥੇ ਕਿੱਥੇ, ਜਿੱਥੇ ਮਾਂ ਢਿੱਡੋਂ ਜਨਮ ਦੇਣ ਵਾਲੀ ਵੀ ਨਾਲ ਨਹੀਂ, ਪਿਤਾ ਨਹੀਂ, ਭਰਾ ਸਾਕ ਸੰਬੰਧੀ ਕੋਈ ਨਹੀਂ, ਉਥੇ ਪ੍ਰਭੂ ਦਾ ਨਾਮ ਹੈ। ਪਿੱਛੇ ਫਿਰ ਪੜ੍ਹ ਕੇ ਆਇਆ, ਨਿਮਾਣੇ ਨੂੰ ਮਾਣ ਬਖਸ਼ਦਾ, ਨਿਥਾਵੇਂ ਨੂੰ ਥਾਣ ਬਖਸ਼ਦਾ, ਇਹ ਬਖਸ਼ਿਸ਼ਾਂ ਕਰਨ ਵਾਲਾ ਹੈ, ਇਹ ਸਾਰੇ ਦੁੱਖ ਦੂਰ ਕਰਦਾ ਹੈ। ਤੇ ਪਰ ਸਾਰੇ ਉਦਮਾਂ ਵਿੱਚੋਂ ਕੋਈ ਸੰਗਤ ਦਾ ਉਦਮ ਕਰੇ ਤਾਂ ਸਹੀ। ਹੁਣ ਅਗਲੀ ਅਵਸਥਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਹੈ, ਪਿੱਛੇ ਅਸੀਂ ਨਾਮ ਦੀ ਮਹਿਮਾ ਪੜ੍ਹੀ ਹੈ, ਹੁਣ ਨਾਮ ਦੀ ਮਹਿਮਾ ਦੇ ਵਿੱਚ ਕੀ ਕੀ ਚੀਜ਼ਾਂ ਰੁਕਾਵਟ ਬਣਦੀਆਂ ਨੇ, ਕੀ ਕੀ ਚੀਜ਼ਾਂ ਬੰਧਨ ਬਣਦੀਆਂ ਨੇ, ਉਹਨਾਂ ਬੰਧਨਾਂ ਦਾ ਜ਼ਿਕਰ ਹੁਣ ਇਸ ਚੌਥੀ ਅਸ਼ਟਪਦੀ ਦੇ ਵਿੱਚ ਅਸੀਂ ਪੜ੍ਹਨ ਲੱਗੇ ਹਾਂ। ਇਸ ਕਰਕੇ ਮਹਾਰਾਜ ਸਾਨੂੰ ਨਿਰਗੁਣ ਕਹਿੰਦੇ ਆ, ਔਰ ਅਸੀਂ ਅਰਦਾਸ ਵੀ ਕਰਦੇ ਹਾਂ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਹੇ ਪਾਪੀ ਪੜਦਾ। ਨਿਰਗੁਣ ਯਾਰ ਇਆਣਿਆ ਨਹੀਂ ਪੜਨਾ, ਨੰਨੇ ਨਾਲ ਪੜਿਓ। ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਜਿਹਨੇ ਸਭ ਕੁਝ ਬਣਾਇਆ, ਸਭ ਕੁਝ ਦਿੱਤਾ ਹੈ, ਉਹਦਾ ਤੇ ਭਲਿਆ ਸ਼ੁਕਰਾਨਾ ਕਰ ਲੈ। ਨਾਨਕ ਨਿਭੀ ਨਾਲ, ਕੱਲਾ ਸ਼ੁਕਰਾਨਾ ਕਰਨ ਨਾਲ ਕੀ ਹੋਏਗਾ, ਤੈਨੂੰ ਇਹ ਚੇਤੇ ਆਏਗਾ ਕਿ ਇਸ ਧਰਤੀ ਤੇ ਕੁਝ ਵੀ ਨਿਭਣ ਵਾਲਾ ਨਹੀਂ ਹੈ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਨਿਭਣ ਵਾਲਾ ਇੱਕ ਵਾਹਿਗੁਰੂ, ਉਹਦਾ ਨਾਮ ਹੀ ਹੈ ਜੀ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਊਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲੈ ਹੋ ਤੋ ਨਾਨਕ ਸੀਜੈ। ਹੁਣ ਬੜਾ ਸੋਹਣਾ ਇਹਦੇ ਵਿੱਚ ਮਜ਼ਮੂਨ ਹੈ। ਪਹਿਲੇ ਸਾਰਾ ਕੁਝ ਸਤਿਗੁਰੂ ਜੀ ਨੇ ਦੱਸ ਦਿੱਤਾ, ਕਿੱਥੋਂ ਸਫ਼ਰ ਸ਼ੁਰੂ ਹੁੰਦਾ ਸਾਡਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ, ਤਾਰਨ ਹਾਰੇ। ਤਾਰਨ ਵਾਲਾ ਵੀ ਉਹ ਹੈ, ਜੇ ਉੱਥੇ ਤਾਰਿਆ ਤੇ ਮਾਤਾ ਦੇ ਗਰਭ ਵਿੱਚ ਤਾਰਿਆ ਤੇ ਫਿਰ ਬਾਹਰ ਵੀ ਤਾਰਨ ਵਾਲਾ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ, ਕਰਤਾ ਖੇਲ ਰਚਾਇਆ। ਜਾਤ ਤਿਸ ਪਾਣਾ ਤਾਂ ਜੰਮਿਆ ਪਰਿਵਾਰ, ਹੁਣ ਪਰਿਵਾਰ ਭਲਾ ਪਾਇਆ। ਅੱਗੇ ਪੜਾਂਗੇ, ਪਰ ਜੋਬਨ ਭੋਜਨ ਸੁਖ ਸੂਦ ਅੱਗੇ ਪੜਾਂਗੇ। ਮੁਖ ਅਪਿਆਓ ਬੈਠ ਕੋ ਦੈਨ, ਇਹ ਪੜਾਂਗੇ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿਵੇਂ। ਸਾਹਿਬ ਜੀ ਕਹਿੰਦੇ, ਦੇਖੋ ਭਾਈ, ਰਮਈਆ ਕੇ ਗੁਣ ਚੇਤ ਪ੍ਰਾਨੀ। ਇਹ ਰਮਈਆ ਦਾ ਮਤਲਬ ਰਾਮ ਹੈ, ਰਮਿਆ ਹੋਇਆ ਵਾਹਿਗੁਰੂ ਜਿਹੜਾ ਸਭ ਦੇ ਵਿੱਚ ਹੈ, ਉਹਦੇ ਗੁਣਾਂ ਨੂੰ ਚੇਤੇ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਿੰਨਾ ਕਮਾਲ ਦਾ ਬਚਨ ਹੈ। ਮਹਾਰਾਜ ਜੀ ਕਹਿੰਦੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਈਦਨ ਤੇ ਬੈਸੰਤਰ ਭਾਗੈ। ਕਹਿੰਦੇ ਮਾਟੀ ਕੋ ਜਲ ਦਹਿਦਿਸ ਤਿਆਗੈ। ਕਹਿੰਦੇ ਆ ਚਮੜੀ ਹੈ ਨਾ, ਇਹ ਅੱਗ ਉੱਤੇ 10 ਸੈਕਿੰਡ ਤੋਂ ਵੱਧ ਰੱਖ ਕੇ ਦਿਖਾਓ, ਜਾਂ 2 ਸੈਕਿੰਡ 3 ਸੈਕਿੰਡ ਬਾਅਦ ਇਹ ਚਮੜੀ ਸੜ ਜਾਏਗੀ। ਕਹਿੰਦੇ ਕਮਾਲ ਕੀਤਾ ਵਾਹਿਗੁਰੂ ਜੀ ਨੇ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਮਾਤਾ ਦੇ ਗਰਭ ਵਿੱਚ ਅੱਗ ਹੈ। ਕਹਿੰਦੇ ਈਦਨ ਤੇ ਬੈਸੰਤਰ ਭਾਗੈ, ਕਮਾਲ ਹੈ। ਈਦਨ ਕਿਹਨੂੰ ਕਹਿੰਦੇ ਆ? ਲੱਕੜਾਂ ਨੂੰ। ਵੈਸੇ ਈਦਨ ਕਹਿੰਦੇ ਹਰ ਚੀਜ਼ ਸੜਨ ਵਾਲੀ, ਹਰ ਚੀਜ਼ ਨੂੰ ਅੱਗ ਲੱਗਣ ਵਾਲੀ। ਇਹ ਤਨ ਦੀ ਹਰ ਇੱਕ ਚੀਜ਼ ਸੜਨ ਵਾਲੀ ਹੈ। ਤੁਸੀਂ ਪੜ੍ਹ ਲਓ ਕਿ ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੂ ਬਾਬਾ ਰੇ। ਇਹ ਸਤਿਗੁਰੂ ਜੀ ਦਾ ਬਚਨ ਹੈ कि हाड़ जैसे जले जैसे लकड़ी का तूला, ईंधन है। केस जले जैसे घास का फूला। कमाल है, कोई ऐसी चीज नहीं तन दे विच जिहड़ी ईंधन ना होए, झट अग फड़न वाली है। पर महाराज ने माता दे गर्भ दे विच ईंधन ते बैसंतर भागा है कि अग नूं ईंधन तो दूर रख लिया।
कि साड़ी चमड़ी नूं, कि कमाल है माता दे गर्भ दे विच सारा साडा मिज बनिया, तन बनिया, हिरदा बनिया, अखां बनिया, वाल बने, और बनतर बनी मूँह दी जिथों दंद उगने ने, कि सारा शरीर बनाया। वाह सच्चे पातशाह, अग दे विच तूं ईदन ते बैसंतर भागै, अग ही नहीं लगन दित्ती इस तन नूं। हाँ, चमड़ी अग दे नेड़े जाए एक खिन विच सड़ जांदी है। फिर महाराज जी कहंदे माटी ते माटी को कहंदे जल दहदिस ते आ गया। हुण एक महीना पानी विच हथ रख के देख लियो, गल जे। चलो एक महीना छड्डो, 4 घंटे बंदा भांडे मांजे ना, कपड़े मांजे, मास लथण लग जांदा स्किन दा। 9 महीने माता दे गर्भ जिहड़ा पानी पानी आले दुआले। वाह सच्चे पातशाह, तू गलन ही नहीं दिता सन। की कहिए तेनों, केड़ा शुकराना करिए तेरा। अग दे विच तू बचा लिया। कहते कमाल है, ईंधन ते बैसंतर भा। ये कदी नहीं होया कि ईंधन होए ते अग अग भज जाए, अग कहे मैं सड़ना नहीं है। पर तेरी कला ऐसी वरत रही है कि तू ईंधन तो बैसंतर नूं भजा दिता, कि ये ईंधन है सारा शरीर। पर तू माता दे गर्भ च कवन मूल ते कवन दृष्टा नहीं। मूल की सी? माता दे गर्भ दे विच सारा कुछ बन रहा। पानी दे विच कोई तन रह नहीं सकता, पर तू 9 महीनिया इस तन नूं पानी विच रखिया। कवन मूल ते कवन दृष्टा नहीं। वाह सच्चे पातशाह, कैसा तू समर्थ गुरुदेव है, कैसी तेरी ताकतां, तेरियां समर्थां। तू बचा के की दा की बना लिया। और तू कुदरत दा। अच्छा, ये तुसी एक शब्द पढ़ो, तेरे कवन कवन गुण कह कह गावां तू साहिब गुणी निधाना, तुमरी महिमा बरना साको तू ठाकुर ऊच भगवाना। अगे जिक्र है, मैं हर हर नाम धर सोई जो भावै, त्यों राख मेरे साहिब मैं तुझ बिन। हुण अगला, विचे धरती विचे पानी, विच काष्ठ अगन धरीजै। महाराज कहते मिट्टी ते पानी इकट्ठी रह नहीं सकती, मिट्टी नूं पानी रोड़ के लै जांदा है। कहते कमाल कीता तू, इस मिट्टी दे लोथड़े नूं 9 महीने पानी विच रुड़न ही नहीं दिता, फिर रख के बचा लिया तू। विचे धरती विचे पानी विच काष्ठ अगन धरीजै, बकरी सिंह कत्तै थाए रखै, मन हर जप भरम भौ दूर कीजै। कवन मूल ते कवन दृष्टानी। की सी? पिता दा बिंद सी, माता दा रक्त सी, इथों ही बनिया ना। कहते फिर जिन तू साज सवार शिंगारिया, जिहड़ा शिंगार तू कर दिता प्रभु, असी जिन्ना मर्जी शिंगारी जाइए, जिहड़ा शिंगार तू कर दिता ना तन दा, ये शिंगार सब तो खूबसूरत है। इस तो खूबसूरत शिंगार थोड़ी हो सकता है। सब कुछ हर एक चीज़ ठीक है। कई हैगे जिहड़े बदकिस्मत हैगे, भावें असी कहिए स्पैशल ने, जिन्हां दे तन दे विच थोड़ा जा वखरा वखरेवा होए, पर बाकी ते तू सारियां नूं कितना सोहना बनाया सच्चे पातशाह। कितना शुकराना है तेरा, जिन तू साज सवार शिंगारिया, गर्भ अगन में है जिन्हें उबारिया। अगन दे विच कमाल है। कहते कदी ईंधन ते बैसंतर भाग्या सुनिया कि ईंधन होए ते अग कहे मैं जलना नहीं। कहते माटी को जल दहदिस ते आ गया, पानी आए तो कहे मैं माटी नूं रोड़ के नहीं लैके जाना। कमाल है। कहते इस निक्के जे माता दे गर्भ दे घड़े विच अपनी जोत टिकाती तू, घट दे अंदर तू अपना अंदर समुंदर, अपना सारा कुछ तप तेज तेज देता, गड़वी के अंदर समुद्र पाता। महाराज कहते की कहिए सच्चे पातशाह, गर्भ अगन में जिन्हें उबारिया, बार व्यवस्था तुझे प्यारे प्यारा दूध। हुण महाराज जी का यही बचन पढ़ो कि महाराज कहते पृथ्वी माखन पाछे दूध, मैलो कीनो साबण सूद। जद असी माता के गर्भ के विच सां तां भी नली राही नाभि राही सानू भोजन मिलता रहा, सब कुछ मिलता रहा। जिस दिन साडा जन्म होने लगा, जन्म तो पहले ही तू माता दे अंदर उहदे साडे दुध दा, साडी शीर अमृत का प्रबंध करता। वाह सच्चे पातशाह, तू पहली प्रवाह की। पृथ्वी माखन पाछे दूध, कि चरबी नूं पहला कदी भी नहीं होंदा। बंदा कहता मक्खन बन गया, हुण दुध बना के दिखा, कोई नहीं बना सकता। तू माँ की चरबी विचों ही साडे लई शीर अमृत तैयार करता। वाह सच्चे पातशाह, इनू वासना च ना लियो। ये महाराज कहते किड्डी कमाल दी, कदी शुक्र करो सच्चे पातशाह दा इस अवस्था विच आके कि पृथ्वी माखन पाछे दूध, मैले मैलो कीनो साबन सूद। मैली चरबी नूं एवें धो दिता ते उहनूं चिट्टा दुध बनाता। कमाल है, पीण वास्ते तू खुराक बनाती। सानू ये फिक्र होंदी है असीं खाना की है पीना की है, साडे जन्म तो पहला ही तू प्रबंध करके रखिया। सच्चे पातशाह किड्डी तेरी शुकराने वाली अवस्था है कि तुसी बार व्यवस्था जम्मिया सी, जन्म होया, तुझे प्यारा दूध, प्यार दे विच दुध मिल गया सानू मां तो, भर जोबन भोजन सुख सूद। जोबन दे विच की कुछ नहीं दिता, पहले प्यार लगा थन दुध, दूजा माए बाप की सुध,
तीजा भैया भाभी बेब, चौथा प्यार उपन्नी खेड़, पंजवें खाण पीण की धात। ये सारा कुछ ही है महाराज कहते। पर जोबन भोजन, भोजन दिता हर तरह का। सतगुर तुमको होए दयाला, संत संग तेरी प्रीत, कापड़ पत परमेश्वर राखी भोजन कीर्तन नीत। आत्मा का भी भोजन दिता, शरीर की खुराक का भी भोजन दिता। कितना कुछ कहिए, सब कुछ असी कुदरत विचों लै रहे हैं। अगे मार के बिरद भया उपर साग सैन। जब बुजुर्ग हो जाए ना शरीर, उठिया ना जाए, फिर पुत्र धी आके कहते हैं बापू पानी पी लै, मैं पिलाउना। फिर पोते पोती दोते मूँह च पानी, मूँह च भोजन पाउंदे है। महाराज कहते ये कौन पवा रहा है? ये पोते पोतियां विच वो आप वरत के पवा रहे। किड्डा शुकराना किया। बिरद भया उपर साग सैन, शरीर बिरद हो गया ते पुत्रां धीआं ते पोतियां नूहां नूं ताकतां देतियां, रब ने समर्था देतियां, सामण की समर्था देती कि भी सांभेगा, वो सांभ रहा है। बिरद भया उपर साग सैन, साग कहते संबंधी आके सेवा करन लागे। मुख अपियाओ बैठ कहो दैन, कहते बुजुर्ग दे अंदर कुछ भी हिम्मत नहीं चक के खा ले। पर सच्चे पातशाह तू उस वेले भी सहाई है। यह निर्गुण गुण कछू ना बुझे। बस शुरुआत निर्गुण यार तू हुई, क्यों इन्ना कुछ बाकी सारी चीज़ां देख छड़ दो। उलामे दुनिया दे बड़े ने, 100 उलामे जी के। महाराज कहते राती मिलन सहन। मैं कहते दुनिया दे विच बंदा 100 उलामे दिने रोंदा रहिंदा, हाय 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 हाय, राती हज़ारां उलामे दिंदा रब नूं। ये नहीं है, अज ये नहीं होया, अज ये नहीं मिलिया। महाराज कहते छड़ इस उलामियां नूं शुकराना करना से किड्डा कुछ है। फिर इस करके निर्गुण है क्योंकि उलामे ही दई जा रहे हैं। यह निर्गुण गुण कछू ना बूझे, इस निर्गुण नूं कोई सोझी नहीं है। इस करके गुरु अर्जुन साहब साडे लई अरदास करते हैं, बख्श लिओ ताओ नानक सीजै। तुसी बख्श लो। इथों शुरू किया सी, निर्गुण राख लिया संतन का सदका, सतगुर ढाक लिया मोहे पापी परदा। बाकी विचारा आप संगतां दे नाल कल नूं सांझियां करांगे। सतगुर जी बख्शिश करन। विचार सतगुर जी ने आप कराई है। बेअंत भुलां गलतियां सतगुर जी संगत बख्शण योग है। बाणी पढ़दियां होइयां भुलां बख्श दिओ। सिर ते मेर भरिया हथ रखियो। संगत जी आप गुरु रूप हो, सतगुर जी बख्शिश करन, ये सेवावां निभ जाण। महाराज जी का बहुत बहुत धन्यवाद। आप संगतां दा धन्यवाद, भाई सब का धन्यवाद। फतेह बुलाओ सारे, आखो जी वाहिगुरू जी का खालसा, वाहिगुरू जी की फतेह।